ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਸੈਸ਼ਨ 'ਚ ਅਸੀਂ ਡਿਸਕਸ ਕਰਾਂਗੇ ਕਲਾਸੀਕਲ ਕੰਡੀਸ਼ਨਿੰਗ ਥਿਊਰੀ ਜਿਹੜੀ ਕਿ ਪੈਵਲੋਵ ਦੀ ਦਿੱਤੀ ਗਈ ਹੈ। ਠੀਕ ਹੈ ਜੀ। ਪੈਵਲੋਵ ਇੱਕ ਰਸ਼ੀਅਨ ਫਿਜ਼ੀਓਲੋਜਿਸਟ ਸਨ ਤੇ ਇਹਨਾਂ ਨੂੰ 1904 'ਚ ਇੱਕ ਨੋਬਲ ਪ੍ਰਾਈਜ਼ ਵੀ ਮਿਲਿਆ ਸੀਗਾ ਫਿਜ਼ੀਓਲੋਜੀ ਲਈ, ਯਾਨੀ ਕਿ ਮੈਡੀਸਨ ਲਈ ਇਹਨਾਂ ਨੂੰ ਇੱਕ ਨੋਬਲ ਪ੍ਰਾਈਜ਼ ਵੀ ਮਿਲਿਆ ਸੀਗਾ। ਇਹਨਾਂ ਨੇ ਕੀ ਕੀਤਾ ਸੀਗਾ, ਇੱਕ ਸਾਡੇ ਲਰਨਿੰਗ ਦੀ ਕਲਾਸੀਕਲ ਕੰਡੀਸ਼ਨਿੰਗ ਦੀ ਥਿਊਰੀ ਨੂੰ ਦਿੱਤਾ ਸੀਗਾ, ਜਿਹੜੀ ਕਿ ਬੇਸਡ ਕਿਹਦੇ ਤੇ ਸੀਗੀ, ਜਿਹੜੀ ਬੇਸ ਸੀਗੀ ਸਾਡੀ ਜਿੱਦਾਂ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਥੌਰਨਡਾਈਕ ਦੀ ਜਿਹੜੀ ਥਿਊਰੀ ਹੈ ਉਹਦੇ ਤੇ ਬੇਸਡ ਸੀਗੀ। ਠੀਕ ਹੈ, ਇਹਨਾਂ ਨੇ ਕਲਾਸੀਕਲ ਕੰਡੀਸ਼ਨਿੰਗ ਦੀ ਥਿਊਰੀ ਦਿੱਤੀ ਸੀਗੀ ਤੇ ਬੜੀ ਹੀ ਇੰਪੋਰਟੈਂਟ ਥਿਊਰੀ ਹੈ, ਬੜਾ ਹੀ ਇੰਪੋਰਟੈਂਟ ਪਾਰਟ ਹੈ ਸਾਡੇ ਸਿਲੇਬਸ ਦਾ। ਤੇ ਇਹਨੂੰ ਅਸੀਂ ਸਭ ਤੋਂ ਪਹਿਲਾਂ ਸਮਝਾਂਗੇ ਵੀ ਕੰਡੀਸ਼ਨਿੰਗ ਕੀ ਹੁੰਦਾ ਹੈ ਤੇ ਕਲਾਸੀਕਲ ਕੰਡੀਸ਼ਨਿੰਗ ਕਿਹਨੂੰ ਕਿਹਾ ਜਾਂਦਾ ਹੈ। ਠੀਕ ਹੈ, ਇਹ ਚੀਜ਼ਾਂ ਅਸੀਂ ਸਾਰਾ ਕੁਝ ਇਸ ਸੈਸ਼ਨ 'ਚ ਸਮਝਾਂਗੇ। ਸਭ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਵੀ ਕੰਡੀਸ਼ਨਿੰਗ ਕੀ ਹੁੰਦੀ ਹੈ ਨਾ। ਕੰਡੀਸ਼ਨਿੰਗ ਦੀ ਜੇ ਆਪਾਂ ਗੱਲ ਕਰੀਏ ਤਾਂ ਕੰਡੀਸ਼ਨਿੰਗ ਦਾ ਮਤਲਬ ਕੀ ਹੁੰਦਾ ਹੈ। ਕੰਡੀਸ਼ਨਿੰਗ ਦਾ ਮਤਲਬ ਹੁੰਦਾ ਹੈ ਜਦੋਂ ਵੀ ਅਸੀਂ SR ਬੌਂਡ ਜਿਹੜਾ ਸੀਗਾ ਸਾਡਾ ਹੈ ਨਾ, ਅਸੀਂ ਲਾਸਟ ਸੈਸ਼ਨ 'ਚ ਡਿਸਕਸ ਕਰ ਚੁੱਕੇ ਹਾਂ ਆਲਰੇਡੀ ਕਿ ਜਿਹੜਾ ਸਾਡਾ SR ਬੌਂਡ ਹੁੰਦਾ ਹੈ। ਠੀਕ ਹੈ, SR ਬੌਂਡ ਦਾ ਮਤਲਬ ਕੀ ਹੁੰਦਾ, ਜਿਹਦਾ S ਜਿਹੜਾ ਸੀਗਾ SR ਬੌਂਡ ਹੈ ਨਾ, S ਜਿਹੜਾ ਸੀਗਾ ਉਹ ਕੀ ਸੀਗਾ ਆਪਣੇ ਸਟਿਮੁਲਾਈ, ਸਟਿਮੂਲਸ ਜਿਹਨੂੰ ਅਸੀਂ ਬੋਲਦੇ ਹਾਂ ਹੈ ਨਾ, ਤੇ R ਕੀ ਸੀਗਾ, R ਜਿਹੜਾ ਸੀਗਾ ਰਿਸਪੌਂਸ ਸੀਗਾ। ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਇਸ ਚੀਜ਼ ਨੂੰ। ਤਾਂ ਜਿਹੜਾ SR ਬੌਂਡ ਜਦੋਂ ਵੀ ਆਪਣਾ ਬਣਦਾ ਹੈ ਨਾ, ਤੁਸੀਂ ਇੱਥੇ ਦੇਖ ਸਕਦੇ ਹੋ, when SR bonding becomes automatic behavior response ਹੈ ਨਾ, behavioral response ਹੋ ਜਾਂਦਾ। ਠੀਕ ਹੈ, ਤਾਂ ਇਹਦਾ ਮਤਲਬ ਕੀ ਹੁੰਦਾ ਵੀ ਜਦੋਂ ਵੀ ਜਿਹੜਾ SR ਬੌਂਡ ਸਾਡਾ ਬਣਦਾ ਸੀਗਾ, ਮਤਲਬ ਜਦੋਂ ਵੀ ਆਪਾਂ ਇੱਕ ਐਕਸਪੈਰੀਮੈਂਟ ਦੇਖਿਆ ਸੀਗਾ ਉਹਦੇ 'ਚ ਕੀ ਸੀਗਾ ਵੀ ਕਿਸੇ ਵੀ ਤਰ੍ਹਾਂ ਦੇ ਸਟਿਮੂਲਸ ਜਿਹੜਾ ਸਾਨੂੰ এনवायरमेंट 'ਚੋਂ ਮਿਲਦਾ ਹੈ, ਕੋਈ ਵੀ ਇਦਾਂ ਦਾ ਸਟਿਮੂਲਸ ਜਿਹੜਾ ਸਾਨੂੰ এনवायरमेंट 'ਚੋਂ ਮਿਲਦਾ, ਉਹਨੂੰ ਦੇਖ ਕੇ ਜਿਹੜਾ ਸਾਡਾ ਰਿਸਪੌਂਸ ਆਏਗਾ ਹੈ ਨਾ, ਜਿਹੜਾ ਉਹ ਬੌਂਡ ਬਣੇਗਾ ਹੈ ਨਾ, ਇੱਥੇ ਬੌਂਡ ਬਣਦਾ ਇਹਨਾਂ ਦੋਨੋਂ ਦਾ। ਠੀਕ ਹੈ, ਤਾਂ ਇਹ ਜਿਹੜਾ ਬੌਂਡ ਬਣੇਗਾ ਨਾ, ਜਦੋਂ ਇਹ ਬੌਂਡ ਜਾਂ ਇਹ SR ਬੌਂਡਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ, ਜਦੋਂ ਇਹ ਆਟੋਮੈਟਿਕ ਬਣ ਜਾਏ ਵੀ ਆਟੋਮੈਟਿਕ ਅਸੀਂ ਉਹਨੂੰ ਦੇਖ ਕੇ ਉਹੀ ਰਿਸਪੌਂਸ ਦੇਣਾ ਹੈ ਨਾ, ਤਾਂ ਉਹਨੂੰ ਕਿਆ ਕਿਹਾ ਜਾਂਦਾ ਹੈ, ਦ ਸਟੇਟ ਇਜ਼ ਕਾਲਡ ਕੰਡੀਸ਼ਨਡ ਬਿਹੇਵੀਅਰ। ਉਸ ਸਟੇਟ ਨੂੰ ਕਿਆ ਆਖਿਆ ਜਾਂਦਾ ਹੈ, ਉਹਨੂੰ ਕਿਹਾ ਜਾਂਦਾ ਹੈ ਕੰਡੀਸ਼ਨਡ ਬਿਹੇਵੀਅਰ ਹੈ ਨਾ। ਮਤਲਬ ਕੀ ਹੋਇਆ, ਜਿੱਦਾਂ ਆਪਾਂ ਦੇਖਿਆ ਸੀਗਾ ਵੀ ਜਦੋਂ ਵੀ ਇੱਕ ਦੋ ਤਰ੍ਹਾਂ ਦੇ ਸਾਡੇ ਕੋਲ ਐਕਸਪੈਰੀਮੈਂਟ ਸੀਗੇ। ਇੱਕ 'ਚ ਕਿਹਾ ਸੀਗਾ, ਇੱਕ 'ਚ ਅਸੀਂ ਬਿੱਲੀ ਨੂੰ ਅੰਦਰ ਰੱਖਿਆ ਹੈ ਨਾ, ਤੇ ਬਿੱਲੀ ਨੇ ਕਿਆ ਕੀਤਾ, ਆਪਣਾ ਫੂਡ ਦੇਖ ਕੇ ਹੈ ਨਾ ਉਹਦੇ ਲਈ ਕੁਝ ਐਫਰਟਸ ਲਾਏ, ਬਟ ਸਟਾਰਟਿੰਗ 'ਚ ਜਿਹੜੇ ਉਹਦੇ ਐਫਰਟ ਸੀਗੇ ਹੈ ਨਾ, ਉਹਦੇ 'ਚ ਉਹਨੂੰ ਟਾਈਮ ਲੱਗਿਆ, ਬਟ ਹੌਲੀ 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 ਪ੍ਰੈਕਟਿਸ ਕਰ ਕਰਕੇ ਜਦੋਂ ਉਹਨੂੰ ਕੋਈ ਇਦਾਂ ਦਾ ਰਿਸਪੌਂਸ ਦੇਖਣ ਨੂੰ ਮਿਲ ਗਿਆ ਜਿਹੜੇ ਫੇਵਰੇਬਲ ਰਿਸਪੌਂਸ ਸੀਗੇ ਹੈ ਨਾ। ਫੇਵਰੇਬਲ ਰਿਸਪੌਂਸ ਦਾ ਮਤਲਬ ਕੀ ਹੋਇਆ ਕਿ ਇਦਾਂ ਦੇ ਰਿਸਪੌਂਸ ਜਿਹਨਾਂ ਨੂੰ ਦੇਖ ਕੇ ਉਹਨੂੰ ਲੱਗ ਰਿਹਾ ਸੀਗਾ ਵੀ ਕੋਈ ਪੋਜ਼ਿਟਿਵ ਰਿਜ਼ਲਟ ਮਿਲੇਗਾ। ਇਹ ਜਿਹੜੇ ਫੇਵਰੇਬਲ ਰਿਸਪੌਂਸ ਜਿਹੜੇ ਸੀਗੇ, ਠੀਕ ਹੈ, ਇਹ ਹੌਲੀ ਹੌਲੀ ਕਿਆ ਬਣ ਜਾਂਦੇ, ਸਾਡੇ ਆਟੋਮੈਟਿਕ ਬਣ ਜਾਂਦੇ। ਮਤਲਬ ਜਦੋਂ ਅਸੀਂ ਦੇਖਿਆ ਸੀਗਾ ਵੀ ਪਹਿਲੀ ਵਾਰ ਜਦੋਂ ਬਿੱਲੀ ਗਈ ਸੀਗੀ, ਉਹਨੂੰ ਕਾਫੀ ਕਸ਼ਟ ਹੋਇਆ ਸੀਗਾ ਹੈ ਨਾ ਆਪਣੇ ਸਟਿਮੂਲਸ ਤੱਕ ਪਹੁੰਚਣ ਲਈ, ਜਿਹੜਾ ਵੀ ਉਹਦਾ ਕੈਟ ਫੂਡ ਸੀਗਾ ਉਹਦੇ ਤੱਕ ਪਹੁੰਚਣ ਲਈ। ਬਟ ਹੌਲੀ ਹੌਲੀ ਅਸੀਂ ਦੇਖਦੇ ਹਾਂ ਵੀ ਉਹਨੂੰ ਬਾਰ-ਬਾਰ ਇੱਕੇ ਚੀਜ਼ ਦੀ ਪ੍ਰੈਕਟਿਸ ਕਰਾ ਕੇ ਇੱਕ ਟਾਈਮ ਇਦਾਂ ਦਾ ਆ ਜਾਂਦਾ ਹੈ, ਜਿੱਦਾਂ ਹੀ ਉਹਨੂੰ ਅਸੀਂ ਪਿੰਜਰੇ 'ਚ ਹੀ ਰੱਖਦੇ ਹਾਂ, ਉਸ ਬਿੱਲੂ ਨੂੰ ਜਿੱਦਾਂ ਹੀ ਅਸੀਂ ਪਿੰਜਰੇ 'ਚ ਰੱਖਦੇ ਹਾਂ, ਉਹ ਕੀ ਕਰਦੀ ਹੈ, ਡਾਇਰੈਕਟ ਜਾ ਕੇ ਉਹਨੂੰ ਜਿਹੜਾ ਵੀ ਉਹਦਾ ਬਟਨ ਹੁੰਦਾ ਉਹਨੂੰ ਹਿੱਟ ਕਰਦੀ ਹੈ ਤੇ ਬਾਹਰ ਜਾ ਕੇ ਉਹਨੂੰ ਕੀ ਕਰ ਲੈਂਦੀ ਹੈ, ਆਪਣੇ ਫੂਡ ਨੂੰ ਗ੍ਰੈਬ ਕਰ ਲੈਂਦੀ ਹੈ ਨਾ। ਤਾਂ ਇਹ ਜਿਹੜਾ ਸਾਡਾ ਰਿਸਪੌਂਸ ਸੀਗਾ ਹੈ ਨਾ, ਜਦੋਂ ਇਹ ਆਟੋਮੈਟਿਕ ਬਿਹੇਵੀਅਰਲ ਰਿਸਪੌਂਸ ਬਣ ਜਾਏ ਹੈ ਨਾ, ਕਿ ਜਦ ਮੈਂ ਫੇਰ ਤੋਂ ਬਿੱਲੀ ਨੂੰ ਉਹਦੇ 'ਚ ਕਹਿ ਰਿਹਾ, ਉਹਨੇ ਕੀ ਕਰਨਾ ਜਾ ਕੇ ਸਿੱਧਾ ਉਹਨੂੰ ਜਿਹੜਾ ਵੀ ਸਾਡਾ ਬਟਨ ਸੀਗਾ ਉਹਨੂੰ ਕਲਿੱਕ ਕਰਨਾ ਤੇ ਬਾਹਰ ਜਾ ਕੇ ਆਪਣਾ ਫੂਡ ਲੈ ਲੈਣਾ ਹੁੰਦਾ ਹੈ ਨਾ। ਤੇ ਇਹ ਜਦੋਂ ਇਹ ਕੀ ਹੋ ਗਿਆ, ਸਾਡਾ ਆਟੋਮੈਟਿਕ ਬਿਹੇਵੀਅਰਲ ਰਿਸਪੌਂਸ ਹੋ ਗਿਆ ਹੈ ਨਾ। ਤਾਂ ਇਹੀ ਹੁੰਦਾ ਜਦੋਂ SR ਬੌਂਡਿੰਗ ਕਿਆ ਬਣ ਜਾਂਦੀ ਹੈ, ਬਿਹੇਵੀਅਰਲ ਆਟੋਮੈਟਿਕ ਬਿਹੇਵੀਅਰਲ ਰਿਸਪੌਂਸ ਬਣ ਜਾਂਦੀ ਹੈ। ਤਾਂ ਇਹ ਜਿਹੜੀ ਸਟੇਟ ਹੁੰਦੀ ਹੈ ਇਹਨੂੰ ਅਸੀਂ ਕੀ ਕਹਿੰਦੇ, ਕੰਡੀਸ਼ਨਡ ਬਿਹੇਵੀਅਰ। ਮਤਲਬ ਜਿਹੜੀ ਚੀਜ਼ ਸਾਡੀ ਆਦਤ 'ਚ ਆ ਗਈ ਹੈ, ਜਿਹੜੇ ਸਾਨੂੰ ਆਲਰੇਡੀ ਸਮਝ ਆ ਚੁੱਕੀ ਹੈ ਵੀ ਅਸੀਂ ਇਦਾਂ ਹੀ ਕਰਨਾ ਹੈ ਨਾ। ਜਿੱਦਾਂ ਹੁੰਦਾ ਨਾ, ਜਿੱਦਾਂ ਅਸੀਂ ਕੰਡੀਸ਼ਨ ਬਿਹੇਵੀਅਰ ਦੇ ਇੱਕ ਬਹੁਤ ਵੱਡਾ ਐਗਜ਼ਾਮਪਲ ਇਹ ਹੋ ਸਕਦਾ ਹੈ, ਜਿੱਦਾਂ ਅਸੀਂ ਕੁਝ ਲਿਖ ਰਹੇ ਹਾਂ ਹੈ ਨਾ, ਨਾਲ ਸਾਨੂੰ ਕੋਈ ਫੋਨ ਆ ਗਿਆ ਹੈ ਨਾ, ਅਸੀਂ ਫੋਨ ਤੇ ਗੱਲ ਵੀ ਕਰ ਰਹੇ ਹਾਂ ਤੇ ਨਾਲ ਅਸੀਂ ਲਿਖ ਵੀ ਰਹੇ ਹਾਂ, ਸਾਡੀ ਸਪੈਲਿੰਗ ਗਲਤ ਨਹੀਂ ਹੋ ਰਹੀ ਹੈ। ਕਿਉਂ? ਕਿਉਂਕਿ ਉਹ ਸਾਡਾ ਆਟੋਮੈਟਿਕ ਬਿਹੇਵੀਅਰ ਰਿਸਪੌਂਸ ਬਣ ਚੁੱਕਾ ਹੈ। ਠੀਕ ਹੈ, ਜਾਂ ਫਿਰ ਅਸੀਂ ਇਦਾਂ ਕਰ ਸਕਦੇ ਹਾਂ, ਜਿੱਦਾਂ ਅਸੀਂ ਤੁਸੀਂ ਦੇਖਿਆ ਹੋਣਾ ਕਦੇ ਜਿਹੜੇ ਸਾਡੇ ਘਰ ਦੇ ਸਟੇਅਰਸ ਨੇ ਹੈ ਨਾ, ਸਟੇਅਰਸ ਹੁੰਦੀਆਂ ਨੇ ਜਿਹੜੇ ਘਰ ਦੀਆਂ, ਸਟਾਰਟਿੰਗ 'ਚ ਜਦ ਅਸੀਂ ਜਿੱਦਾਂ ਮੰਨ ਲਓ ਕਿਸੇ ਅਸੀਂ ਨਵੇਂ ਘਰ 'ਚ ਸ਼ਿਫਟ ਹੋਏ ਹਾਂ, ਅਸੀਂ ਸਟੇਅਰਸ 'ਚ ਕੀ ਕਰਾਂਗੇ, ਹੌਲੀ ਹੌਲੀ ਉਤਰਾਂਗੇ ਹੈ ਨਾ, ਹੌਲੀ ਹੌਲੀ ਉਤਰੇ। ਅਸੀਂ ਨੀਚੇ ਜਾਣਾ, ਨੀਚੇ ਮਤਲਬ ਮੰਨ ਲਓ ਕੋਈ ਵੀ এনवायरमेंट ਦਾ ਸਟਿਮੂਲਸ ਹੈਗਾ
ਜਿਹਦੇ ਲਈ ਅਸੀਂ ਨੀਚੇ ਜਾਣਾ ਹੈ ਨਾ। ਨੀਚੇ ਜਾਣ ਲਈ ਅਸੀਂ ਹੌਲੀ ਹੌਲੀ ਉਤਰਾਂਗੇ ਕਿਉਂਕਿ ਸਾਨੂੰ ਪਤਾ ਨਹੀਂ ਹੈ। ਬਟ ਇੱਕ ਟਾਈਮ ਇਦਾਂ ਦਾ ਵੀ ਆਏਗਾ ਵੀ ਸਾਡੀ ਪ੍ਰੈਕਟਿਸ ਇੰਨੀ ਕੀ ਹੋ ਜਾਏਗੀ, ਸਾਨੂੰ ਇੰਨਾ ਕਿ ਅੰਦਾਜ਼ਾ ਹੋ ਜਾਏਗਾ ਕਿ ਅਸੀਂ ਫਟਾਫਟ ਵੀ ਉਤਰ ਜਾਵਾਂਗੇ ਹੈ ਨਾ। ਕਈ ਵਾਰ ਇਦਾਂ ਵੀ ਹੋਏਗਾ ਵੀ ਅਸੀਂ ਨੀਂਦ 'ਚ ਹਾਂ ਤਾਂ ਵੀ ਅਸੀਂ ਬਿਲਕੁਲ ਐਕੂਰੇਟਲੀ ਨੀਚੇ ਤੱਕ ਪਹੁੰਚ ਗਏ। ਠੀਕ ਹੈ, ਉਹ ਕੀ ਹੋ ਗਿਆ ਸਾਡਾ, ਉਹ ਹੋ ਗਿਆ ਆਪਣਾ ਆਟੋਮੈਟਿਕ ਬਿਹੇਵੀਅਰ ਰਿਸਪੌਂਸ ਹੋ ਗਿਆ। ਠੀਕ ਹੈ, ਤੇ ਇਹੀ ਜਿਹੜੀ SR ਬੌਂਡਿੰਗ ਜਦੋਂ ਕਿਆ ਬਣ ਜਾਏ, ਆਟੋਮੈਟਿਕ ਬਿਹੇਵੀਅਰ ਰਿਸਪੌਂਸ ਬਣ ਜਾਏ, ਉਹਨੂੰ ਬੋਲਦੇ ਅਸੀਂ ਕੰਡੀਸ਼ਨਡ ਬਿਹੇਵੀਅਰ। ਠੀਕ ਹੈ, ਤੇ ਇਹ ਜਿਹੜਾ ਫਿਨੋਮੀਨਾ ਹੁੰਦਾ, ਠੀਕ ਹੈ, ਇਹ ਫਿਨੋਮੀਨਨ ਜਿਹੜਾ ਹੁੰਦਾ, ਇਹ ਫਿਨੋਮੀਨਨ ਕਿਆ ਬਣ ਜਾਂਦਾ ਸਾਡਾ, ਕੰਡੀਸ਼ਨਿੰਗ। ਤਾਂ ਸਭ ਤੋਂ ਪਹਿਲਾਂ ਅਸੀਂ ਇਹ ਸਮਝਦੇ ਵੀ ਕੰਡੀਸ਼ਨਿੰਗ ਕਿਆ ਹੈ। ਕੰਡੀਸ਼ਨਿੰਗ ਕਿਆ ਹੈ, ਇੱਕ SR ਬੌਂਡ ਜਦੋਂ ਕਿਆ ਬਣ ਜਾਏ, ਆਟੋਮੈਟਿਕ ਬਿਹੇਵੀਅਰਲ ਰਿਸਪੌਂਸ ਬਣ ਜਾਏ ਹੈ ਨਾ। ਤਾਂ ਇਹ ਜਿਹੜਾ ਫਿਨੋਮੀਨਨ ਹੈ, ਇਸ ਫਿਨੋਮੀਨਨ ਨੂੰ ਆਖਿਆ ਜਾਂਦਾ ਕਿਆ, ਕੰਡੀਸ਼ਨਿੰਗ। ਠੀਕ ਹੈ ਜੀ, ਇੰਨਾ ਪੁਆਇੰਟ ਕਲੀਅਰ ਹੋ ਗਿਆ ਹੋਵੇਗਾ ਸਾਰਿਆਂ ਨੂੰ ਹੈ ਨਾ। ਹੁਣ ਇਹਦੇ ਤੇ ਕਿਆ ਕੀਤਾ, ਜਿਹੜੇ ਪੈਵਲੋਵ ਸੀਗੇ ਉਹਨਾਂ ਨੇ ਇੱਕ ਡੌਗ ਐਕਸਪੈਰੀਮੈਂਟ ਕੀਤਾ ਹੈ ਨਾ। ਡੌਗ ਐਕਸਪੈਰੀਮੈਂਟ ਜਿੱਦਾਂ ਕਿ ਤੁਸੀਂ ਇੱਥੇ ਦੇਖ ਪਾ ਰਹੇ, ਡੌਗ ਐਕਸਪੈਰੀਮੈਂਟ 'ਚ ਉਹਨਾਂ ਨੇ ਕਿਆ ਕੀਤਾ, ਤੁਹਾਨੂੰ 4 ਡਿਫਰੈਂਟ ਜਿਹੜੇ ਸੀਨਸ ਨੇ ਉਹ ਦਿਖਾਏ ਜਾ ਰਹੇ ਨੇ। ਸੀਨ 1, ਸੀਨ 2, ਸੀਨ 3 ਐਂਡ ਸੀਨ 4। ਠੀਕ ਹੈ, ਤੇ 4 ਸੀਨ ਇਹ ਬਿਲਕੁਲ ਡਿਫਾਈਨ ਕਰਦਾ ਤੁਹਾਡੇ ਕਿਹਨੂੰ, ਜਿਹੜੀ ਕਲਾਸੀਕਲ ਕੰਡੀਸ਼ਨਿੰਗ। ਅੱਛਾ, ਕਲਾਸੀਕਲ ਕੰਡੀਸ਼ਨਿੰਗ ਕਿਉਂ ਕਿਹਾ ਜਾਂਦਾ? ਕੰਡੀਸ਼ਨਿੰਗ ਇੱਕ ਅਲੱਗ ਚੀਜ਼ ਹੈ, ਬਟ ਕਲਾਸੀਕਲ ਕੰਡੀਸ਼ਨਿੰਗ ਕਿਉਂ ਕਿਹਾ ਜਾਂਦਾ? ਕਿਉਂਕਿ ਇਹ ਜਿਹੜੀ ਚੀਜ਼ਾਂ ਨੇ, ਜਿਹੜਾ ਵੀ ਸਾਡਾ SR ਬੌਂਡ ਵਗੈਰਾ, ਬਿਹੇਵੀਅਰ ਰਿਸਪੌਂਸ ਜੋ ਵੀ ਅਸੀਂ ਪੜ੍ਹ ਰਹੇ ਹਾਂ ਨਾ, ਇਹ ਕਿਹਾ ਇਹ ਸਾਨੂੰ ਸਾਡੇ ਨਾ ਐਨਵਾਇਰਨਮੈਂਟ ਤੋਂ ਮਿਲਦੀ ਹੈ। ਇਹ ਚੀਜ਼ ਹਰ ਜਗ੍ਹਾ ਹੈ, ਜਿੱਦਾਂ ਅਸੀਂ ਪੜ੍ਹਿਆ ਸੀ ਕਿ ਬਈ ਲਰਨਿੰਗ ਇਜ਼ ਯੂਨੀਵਰਸਲ ਹੈ ਨਾ, ਉਦਾਂ ਹੀ ਇਹ ਚੀਜ਼ ਹਰ ਜਗ੍ਹਾ ਹੈ, ਹਰ ਜਗ੍ਹਾ। ਠੀਕ ਹੈ, ਤਾਂ ਇਹ ਕਲਾਸੀਕਲ ਇਸ ਲਈ ਇਹਨੂੰ ਕਿਹਾ ਜਾਂਦਾ ਕਿਉਂਕਿ ਇਹ ਹਰ ਜਗ੍ਹਾ ਹੀ ਅਵੇਲੇਬਲ ਹੈ। ਠੀਕ ਹੈ, ਤਾਂ ਕਲਾਸੀਕਲ ਕੰਡੀਸ਼ਨਿੰਗ ਇਸ ਕਰਕੇ ਇਹਨੂੰ ਕਿਹਾ ਜਾਂਦਾ, ਜਿਹਨੂੰ ਅਸੀਂ ਸ਼ਾਸਤਰੀय ਵੀ ਬੋਲਦੇ ਹਾਂ, ਸ਼ਾਸਤਰੀय ਅਨੁਬੰਧਨ ਕਰਕੇ ਇਦਾਂ ਵੀ ਇਹਨੂੰ ਬੋਲਦੇ ਅਸੀਂ। ਤੇ ਅਸੀਂ ਇਹ ਜਿਹੜੇ 4 ਸਾਨੂੰ ਦਿਖਾਈ ਦੇ ਰਹੇ ਨੇ ਆਪਣੇ ਕੰਡੀਸ਼ਨਿੰਗ ਦੇ ਸਟੇजेस, ਸਟੇਜ 1, ਸਟੇਜ 2, ਸਟੇਜ 3, ਸਟੇਜ 4 ਹੈ ਨਾ। ਸਟੇਜ 1 ਨੂੰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਸਾਡਾ ਪਿਆ ਹੈ ਨਾ, ਇਹ ਕਿਆ ਹੈ, ਸਾਡਾ ਸਟਿਮੂਲਸ। ਜਿੱਦਾਂ ਜਿਹੜਾ ਸਾਡਾ ਇਸ ਤੋਂ ਪਹਿਲਾਂ ਅਸੀਂ ਐਕਸਪੈਰੀਮੈਂਟ ਡਿਸਕਸ ਕੀਤਾ ਸੀਗਾ ਕੈਟ ਵਾਲਾ, ਉਹਦੇ 'ਚ ਕੈਟ ਫੂਡ ਸੀਗਾ ਇੱਥੇ ਹੈ ਨਾ, ਯਾਨੀ ਕਿ ਫਿਸ਼ ਪਈ ਸੀਗੀ, ਉਹ ਸਟਿਮੂਲਸ ਸੀਗਾ। ਠੀਕ ਹੈ, ਹੁਣ ਇਸ ਫੂਡ ਨੂੰ ਦੇਖ ਕੇ ਜਿਹੜਾ ਡੌਗ ਹੈ, ਜਿੱਦਾਂ ਹੀ ਇਸ ਫੂਡ ਨੂੰ ਆਪਣੇ ਨੂੰ ਦੇਖੇਗਾ, ਇਹ ਜਿਹੜਾ ਡੌਗ ਹੈ ਇਹਦੇ ਮੂੰਹ 'ਚ ਪਾਣੀ ਆਏਗਾ ਹੈ ਨਾ, ਜਿਹਨੂੰ ਅਸੀਂ ਕਿਆ ਬੋਲਦੇ, ਲਾਰ। ਲਾਰ ਆ ਜਾਏਗੀ ਇਹਦੇ ਮੂੰਹ 'ਚ ਹੈ ਨਾ। ਠੀਕ ਹੈ, ਸਲਾਈਵਾ। ਠੀਕ ਹੈ, ਸਲਾਈਵਾ ਆ ਜਾਏਗਾ ਇਸ ਫੂਡ ਨੂੰ ਦੇਖ ਕੇ। ਤਾਂ ਇਹ ਕਿਆ ਹੈ, ਇਹ ਸਾਡਾ ਇੱਕ ਨੈਚੁਰਲ ਰਿਸਪੌਂਸ ਹੈ ਨਾ, ਨੈਚੁਰਲ ਰਿਸਪੌਂਸ ਹੈ ਕਿਹਨੂੰ ਲੈ ਕੇ, ਆਪਣੇ ਸਟਿਮੂਲਸ ਨੂੰ ਲੈ ਕੇ। ਇਹ ਜਿਹੜਾ ਸਟਿਮੂਲਸ ਹੈ ਇਹ ਕਿਆ ਹੈ, ਇਹ ਸਟਿਮੂਲਸ ਵੀ ਕਿਆ ਹੈ ਆਪਣਾ, ਇੱਕ ਨੈਚੁਰਲ ਸਟਿਮੂਲਸ ਹੈ। ਠੀਕ ਹੈ, ਸਟਿਮੂਲਸ ਕਿਆ ਹੈ, ਨੈਚੁਰਲ ਸਟਿਮੂਲਸ ਹੈ। ਤੇ ਜਿਹੜਾ ਨੈਚੁਰਲ ਸਟਿਮੂਲਸ ਹੋਏਗਾ ਉਹਨੂੰ ਅਸੀਂ ਕਿਆ ਬੋਲਦੇ ਆ, ਉਹਨੂੰ ਬੋਲਦੇ ਆ ਅਸੀਂ ਅਨਕੰਡੀਸ਼ਨਡ ਸਟਿਮੂਲਸ। ਜੋ ਵੀ ਨੈਚੁਰਲ ਸਟਿਮੂਲਸ ਹੈ, ਨੈਚੁਰਲ ਸਟਿਮੂਲਸ ਮਤਲਬ ਜਿਹੜਾ ਸਾਨੂੰ এনवायरमेंट ਤੋਂ ਨੈਚੁਰਲੀ ਮਿਲ ਰਿਹਾ ਹੈ। ਠੀਕ ਹੈ, ਉਹ ਨੈਚੁਰਲ ਸਟਿਮੂਲਸ ਹੋਇਆ, ਤੇ ਨੈਚੁਰਲ ਸਟਿਮੂਲਸ ਨੂੰ ਅਸੀਂ ਕੀ ਬੋਲਦੇ ਆ, ਅਨਕੰਡੀਸ਼ਨਡ ਸਟਿਮੂਲਸ। ਕਲੀਅਰ ਹੈ? ਤੇ ਕੋਈ ਵੀ ਜਿਹੜਾ ਨੈਚੁਰਲ ਸਟਿਮੂਲਸ ਹੈ ਨਾ, ਉਹਨੂੰ ਦੇਖ ਕੇ ਕਿਆ ਆਏਗਾ, ਸਾਡਾ ਇੱਕ ਨੈਚੁਰਲ ਰਿਸਪੌਂਸ ਆਏਗਾ। ਯਾਨੀ ਕਿ ਇਹ ਜਿਹੜਾ ਹੈਗਾ ਸਲਾਈਵਾ, ਇਸ ਡੌਗ ਦੇ ਮੂੰਹ ਤੇ ਆਣਾ ਸਲਾਈਵਾ, ਯਾਨੀ ਕਿ ਲਾਰ ਆਣਾ, ਉਹ ਕਿਆ ਨੈਚੁਰਲ ਰਿਸਪੌਂਸ ਹੈ ਨਾ, ਇਹ ਇਦਾਂ ਹੀ ਹੁੰਦਾ। ਠੀਕ ਹੈ, ਤੇ ਇਹ ਜਿਹੜਾ ਨੈਚੁਰਲ ਰਿਸਪੌਂਸ ਹੈ ਇਹਨੂੰ ਅਸੀਂ ਕਿਆ ਬੋਲਦੇ ਆ, ਅਨਕੰਡੀਸ਼ਨਡ ਰਿਸਪੌਂਸ। ਕਿਆ ਬੋਲਦੇ ਆ ਇਹਨੂੰ, ਅਨਕੰਡੀਸ਼ਨਡ ਰਿਸਪੌਂਸ। ਹੁਣ ਇੱਥੋਂ ਤੁਸੀਂ ਇੱਕ ਚੀਜ਼ ਹੋਰ ਸਮਝ ਕੇ ਚੱਲੋਗੇ ਕਿ ਅਨਕੰਡੀਸ਼ਨਡ ਸਟਿਮੂਲਸ ਜਿਹੜਾ ਹੈ ਇਹਨੂੰ UCS ਵੀ ਆਖਿਆ ਜਾਂਦਾ ਹੈ, UCS। ਠੀਕ ਹੈ, ਅਨਕੰਡੀਸ਼ਨਡ ਸਟਿਮੂਲਸ। ਤੇ ਅਨਕੰਡੀਸ਼ਨਡ ਰਿਸਪੌਂਸ ਨੂੰ UCR ਵੀ ਆਖਿਆ ਜਾਂਦਾ ਹੈ। ਠੀਕ ਹੈ, UCR ਵੀ ਆਖਿਆ ਜਾਂਦਾ ਹੈ। ਕਈ ਵਾਰ ਐਗਜ਼ਾਮੀਨਰ ਇਦਾਂ ਦੇ ਕੁਐਸਚਨ ਵੀ ਤੁਹਾਨੂੰ ਪੁੱਛ ਲੇਗਾ ਕਿ ਜਿਹੜੀ ਕਲਾਸੀਕਲ ਕੰਡੀਸ਼ਨਿੰਗ ਹੈ ਪੈਵਲੋਵ ਦੀ, ਉਹਦੇ 'ਚ UCS ਦਾ ਕਿਆ ਮਤਲਬ ਹੈ, ਜਾਂ ਫਿਰ UCR ਦਾ ਕਿਆ ਮਤਲਬ ਹੈ ਨਾ। ਤਾਂ UCS ਦਾ ਮਤਲਬ ਕੀ ਹੋਇਆ, ਅਨਕੰਡੀਸ਼ਨਡ ਸਟਿਮੂਲਸ। ਕਿਆ ਮਤਲਬ ਹੋਇਆ ਦਾ, ਅਨਕੰਡੀਸ਼ਨਡ ਸਟਿਮੂਲਸ। ਤੇ UCR ਦਾ ਅਨਕੰਡੀਸ਼ਨਡ ਰਿਸਪੌਂਸ। R ਤੋਂ ਰਿਸਪੌਂਸ, S ਤੋਂ ਸਟਿਮੂਲਸ ਹੈ ਨਾ। ਜਾਂ ਫਿਰ ਉਸ ਕੁਐਸਚਨ ਨੂੰ ਇਦਾਂ ਵੀ ਤੁਹਾਡੇ ਕੋਲੋਂ ਪੁੱਛ ਸਕਦਾ ਹੈ ਵੀ UCS ਜਿਹੜਾ ਹੈ ਉਹ ਕਿਆ ਹੈ ਨਾ। ਤਾਂ ਉਹ ਇਨਫੋਰਮੇਸ਼ਨ ਕਿੱਦਾਂ ਦੇਗਾ ਕਿ ਉਹ ਨੈਚੁਰਲ ਸਟਿਮੂਲਸ ਹੈ। ठीक है, नेचुरल स्टिमुलस है। ठीक है, और नेचुरल रिस्पॉन्स है। ठीक है, कंडीशनड स्टिमुलस है, कंडीशनड
स्टिमुलस है, ठीक है, या फिर अनकंडीशनल, या फिर अनकंडीशनल रिस्पॉन्स, ठीक है। कई बार इदा भी क्वेश्चन पूछ लेगा भी यूसीएस है क्या, मतलब तुसी यूसीएस ਨੂੰ ਸਮਝੋਗੇ क्या है, एक नैचुरल क्या ਹੁੰਦਾ है, स्टिमुलस ਹੁੰਦਾ है, ठीक है। बाकी सारे ऑप्शन ਇਹਦੇ अगेंस्ट है, नैचुरल रिस्पॉन्स तो नहीं है, कंडीशनड स्टिमुलस भी नहीं है, ठीक है, तो अनकंडीशनड रिस्पॉन्स भी नहीं है, यानी कि ਇਹਦਾ राइट आंसर क्या बन जाएगा, नैचुरल स्टिमुलस है। क्लियर है जी, कई बार इदा भी क्वेश्चन ਸਾਨੂੰ पूछ सकता है। तो ਅਸੀਂ सारा कुछ करके चलांगे नाल दी नाल, ठीक है। तो यूसीएस यूसीआर ਜਿਹੜਾ ਤੁਹਾਨੂੰ समझ आ गया होगा, तो यूसीएस यूसीआर ਨੂੰ ਅਸੀਂ दूसरे नाम तो भी जान सकते हैं, है ना, नैचुरल ਜਿਹੜਾ स्टिमुलस है ਤੇ नैचुरल ਜਿਹੜਾ रिस्पॉन्स है ਉਹ ਇਹਦੇ दूसरे नाम ने सिनोनिम्स ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ, ठीक है। तो फर्स्ट च क्या होया, जिद्दां ही डॉग ने क्या देखा, अनकंडीशनड, है ना, क्या देखा, अनकंडीशनड स्टिमुलस देखा, नेचुरल स्टिमुलस देखा, तो क्या होएगा, नेचुरल रिस्पॉन्स भी जाएगा, है ना। जिद्दां ही वो फूड नूं देखेगा ਉਹਦੇ ਮੂੰਹ 'ਚ क्या आ जाएगी, लार, यानी कि सलाइवा आ जाएगा, ठीक है, अपने फूड नूं वेख के। तो ये क्या होंदा है, एक कंडीशनिंग तो पहला होंदा है, एक नैचुरल है, नैचुरल क्या है स्टिमुलस ते उदा क्या है नैचुरल रिस्पॉन्स, इत्थे कोई कंडीशनिंग नहीं है, ठीक है। ਅਸੀਂ स्टेज 2 ਤੇ ਚੱਲਦੇ ਆ। ਨੈਕਸਟ ਟਾਈਮ ਉਹਨੇ क्या ਕੀਤਾ, ਪਹਿਲਾਂ ਤਾਂ ਉਹਨੂੰ ਫੂਡ ਦਿਖਾਇਆ, ਤਾਂ ਫੂਡ ਦੇਖ ਕੇ ਉਹਦੇ ਮੂੰਹ 'ਚ ਲਾਰ ਆ ਗਈ, ਨੈਚੁਰਲ ਹੈ, ठीक है। दूसरी बार क्या ਕੀਤਾ ਉਹਨੇ, दूसरी बार ਉਹਨੂੰ ਇੱਕ ਬੈਲ ਵਜਾਈ, ਬੈਲ ਵਜਾਈ, ਇਹ ਬੈਲ ਦਿਖਾਈ, ਬੈਲ ਵਜਾਈ ਤੇ ਉਹਨੇ ਦੇਖਿਆ ਉਹਦੇ ਵੱਲ, ਤੇ क्या ਬੈਲ देख के क्या ਉਹਦੇ ਮੂੰਹ 'ਚ ਸਲਾਈਵਾ ਆਏਗਾ, ਬਿਲਕੁਲ नहीं आएगा, है ना। क्यों नहीं आएगा, क्योंकि ਉਹਨੂੰ पता है यार भी ਇਹ ਮੇਰੇ ਖਾਣ ਦੀ ਚੀਜ਼ नहीं है, ਇਹ ਮੇਰੇ ਖਾਣ ਦੀ ਚੀਜ਼ नहीं है, इस करके ਉਹਦੇ ਮੂੰਹ 'ਚ ਕੋਈ ਸਲਾਈਵਾ ਜਾਂ ਲਾਰ भी नहीं देखने को मिलेगी। क्लियर है। तो यह स्टेज 2 क्या होया, बैल जी उन्हें बजाई, तो डॉग आया, डॉग ने देखा ਉਹਦੇ ਮੂੰਹ 'ਚ कोई सलाइवा नहीं आया, ठीक है। तो जी बैल है, बैल क्या हो जाएगी अपनी न्यूट्रल स्टिमुलस। न्यूट्रल स्टिमुलस का मतलब होता जिन्होंने देख के कोई भी थोड़ा कंडीशनड रिस्पॉन्स ना आए, कोई भी कंडीशनड रिस्पॉन्स ना आए, है ना। मतलब इनू देख के बैल नू देख के ਜਿਹੜਾ डॉग है ਉਹਦੇ ਮੂੰਹ 'ਚ सलाइवा नहीं आएगा, ठीक है। ਜਿਹੜਾ सलाइवा नहीं आएगा मतलब कोई भी थोड़ा रिस्पॉन्स नहीं आया, नो कंडीशनड रिस्पॉन्स, कोई कंडीशनड रिस्पॉन्स नहीं है, ठीक है। तो कोई भी ऐदा ਦਾ स्टिमुलस ਜਿਹਨੂੰ देख के कोई फर्क ही ना पए, है ना, ਉਹਦੇ बिहेवियर 'ਚ कोई फर्क ही ना दिखाई दे, या फिर ਉਹਦੇ रिस्पॉन्स 'ਚ कोई कुछ ऐदा ਦਾ रिस्पॉन्स ना ਸਾਨੂੰ दिखाई देवे ਜਿਹੜਾ कि कोई कंडीशनड रिस्पॉन्स है, ठीक है। तो ਉਹਨੂੰ क्या कहांगे ਅਸੀਂ, ਉਹਨੂੰ ਅਸੀਂ कहांगे न्यूट्रल स्टिमुलस। न्यूट्रल का मतलब कोई फर्क नहीं पैंदा, ਉਹਨੂੰ बैल बजाई जो ਉਹਨੂੰ कोई फर्क नहीं पैना, ਉਹਦੇ ਮੂੰਹ 'ਚ कोई सलाइवा आना ही नहीं है ना। तो यह क्या हो गया, थोड़ा न्यूट्रल स्टिमुलस हो गया। बट जो कंडीशनिंग करते हैं तो क्या करेगा, वो जिदा ही बैल बजाएगा, है ना। एक डॉग है, डॉग के मूहरे उन्हें की बैल बजाई, तो बैल के नाल नाल उन्होंने फिर फूड भी देता, बैल बजाई तो जिदा ही बैल बजाई वो बाहर गया, उन्हें देखा तो उन्होंने फूड भी देता उन्हें, ठीक है। जो बैल के नाल उन्होंने फूड मिलया तो ਉਹਦੇ क्या होया, एक बिहेवियर 'ਚ ਇਹ ਗੱਲ आ गई, है ना। क्या गल ऐड हो गई भी जिदा ही बैल बजदी है तो ਉਹਦੇ ਨਾਲ ਮੈਨੂੰ क्या मिलता है, फूड मिलता है। ਉਹਦੇ बिहेवियर 'ਚ ये चीज़ आ गई कि जिदा ही बैल बजेगी ਉਹਦੇ ਨਾਲ ही क्या आएगा, फूड भी आएगा। क्लियर है। तो क्या हो जाएगा, ये क्या है अपना स्टिमुलस, ठीक है। तो इस स्टिमुलस ਨੂੰ लेके क्या हो जाएगा, ठीक है, ਉਹਦਾ कोई रिस्पॉन्स आएगा। क्या रिस्पॉन्स आएगा, सलाइवा, है ना, सलाइवेशन जिन्हों ਅਸੀਂ बोल सकते हैं, ठीक है, सलाइवेशन। ਤੇ ਇਹ ਕਿਹਦੇ ਨਾਲ ਹੈ, बैल ਦੇ ਨਾਲ। ਪਹਿਲਾਂ क्या ਸੀਗਾ, सिर्फ फूड ਸੀਗਾ, सेकंड ਚ ਕੀ ਸੀਗਾ, सेकंड ਚ ਸੀਗਾ सिर्फ बैल, ठीक है। ਤੇ थर्ड ड्यूरिंग कंडीशनिंग, बिफोर कंडीशनिंग है, ड्यूरिंग कंडीशनिंग क्या होएगा ਵੀ ਉਹਨੂੰ बैल बजाई जाएगी, बैल ਦੇ ਨਾਲ फूड भी ਦਿੱਤਾ ਜਾਏਗਾ। क्लियर है। ਹੁਣ बैल ਜਦੋਂ ਵੱਜੀ, फूड आ गया, ਤਾਂ ਉਹਦੇ ਇਹ ਦਿਮਾਗ 'ਚ ਗੱਲ ਬੈਠ ਚੁੱਕੀ ਹੈ ਵੀ ਜਦੋਂ ਵੀ बैल ਵੱਜਦੀ ਹੈ ਉਹਦੇ ਨਾਲ फूड भी ਆਉਂਦਾ है। क्लियर है। तो होएगा क्या, कंडीशनिंग तो बाद असी क्या करांगे, असी सिर्फ बैल बजावांगे। असी जदों बैल बजाई तो उस तो बाद क्या होगा, बैल सुनते ही उन्होंने क्या लगेगा, यार बैल दे नाल फूड भी आंदा है ना। तो बैल सुनते ही उहदे मूँह 'ਚ क्या आ जाएगा, सलाइवा, यानी कि लार निकल लग जाएगी, है ना। फूड नूं देख के जिहड़ा डॉग है उहदा सलाइवा यानी कि लार निकलन लग जाएगी, है ना। तो जिहड़े उस टाइम आफ्टर कंडीशनिंग जी बैल है वो क्या बन गया, कंडीशनड स्टिमुलस। क्या बन गया, वो कंडीशनड स्टिमुलस। क्लियर है जी। ते जेड़े सलाइवा वो क्या बन गया, कंडीशनड रिस्पॉन्स।
है ना। ਉਹ क्या बन गया कंडीशनड रिस्पॉन्स। ਹੁਣ ਇੱਥੇ ਜਿਹੜਾ ਸੀਗਾ ਬੈਲ ਤੇ ਫੂਡ, ਠੀਕ ਹੈ, ਬੈਲ ਤੇ ਫੂਡ ਜਿਹੜਾ ਕੰਬੀਨੇਸ਼ਨ ਸੀਗਾ ਉਹ ਕਿਆ ਰਿਸਪੌਂਸ ਦੇ ਰਿਹਾ ਸੀਗਾ, ਅਨਕੰਡੀਸ਼ਨਡ ਰਿਸਪੌਂਸ। ਅਨਕੰਡੀਸ਼ਨਡ ਰਿਸਪੌਂਸ ਇਹ ਦੇਖ ਲਓ ਕਿ ਜਿਹੜਾ ਨੈਚੁਰਲ ਹੈ, ਨੈਚੁਰਲ ਰਿਸਪੌਂਸ ਦੇ ਰਿਹਾ ਨਾ, ਕਿਉਂਕਿ ਬੈਲ ਹੈ ਫੂਡ ਹੈ, ਬਟ ਜਿਹੜਾ ਇਹਦਾ ਨੈਚੁਰਲ ਸਟਿਮੂਲਸ ਸੀਗਾ ਉਹਦੇ ਨਾਲ ਨਾਲ ਉਹਨਾਂ ਨੇ ਕਿਆ ਕਰਤਾ, ਇੱਕ ਨਿਊਟਰਲ ਸਟਿਮੂਲਸ ਵੀ ਐਡ ਕਰਤਾ। ਨੈਚੁਰਲ ਸਟਿਮੂਲਸ ਦੇ ਨਾਲ ਉਹਨਾਂ ਨੇ ਇੱਕ ਨਿਊਟਰਲ ਸਟਿਮੂਲਸ ਵੀ ਐਡ ਕਰਤਾ, ਜਿਹਨੂੰ ਲੈ ਕੇ ਪਹਿਲਾਂ ਕੋਈ ਵੀ ਰਿਐਕਸ਼ਨ ਉਹਦਾ ਸੀਗਾ ਨਹੀਂ, ਹੈ ਨਾ। ਬਟ ਜਿੱਦਾਂ ਹੀ ਉਹਦਾ ਜਿਹੜਾ ਨਿਊਟਰਲ ਸਟਿਮੂਲਸ ਹੈ ਉਹ ਕਿਹਦੇ ਨਾਲ ਐਡ ਕੀਤਾ ਗਿਆ, ਉਹਦੇ ਜਿਹੜਾ ਨੈਚੁਰਲ ਸਟਿਮੂਲਸ ਹੈ ਉਹਦੇ ਨਾਲ ਐਡ ਕੀਤਾ ਗਿਆ। ਤਾਂ ਇਹ ਕੰਬੀਨੇਸ਼ਨ ਜਿਹੜਾ ਹੈ ਇਹਨਾਂ ਇੱਕ ਅਨਕੰਡੀਸ਼ਨਡ ਰਿਸਪੌਂਸ ਦਿੱਤਾ। ਅਨਕੰਡੀਸ਼ਨਡ ਦਾ ਮਤਲਬ ਨੈਚੁਰਲ ਰਿਸਪੌਂਸ ਦਿੱਤਾ, ਠੀਕ ਹੈ। ਫਿਰ ਆਫਟਰ ਕੰਡੀਸ਼ਨਿੰਗ क्या ਕਰਦਾ, ਉਹ ਸਿਰਫ ਬੈਲ ਹੀ ਵਜਾਏਗਾ, ਹੈ ਨਾ, ਬੈਲ ਹੀ ਵਜਾਏਗਾ। ਜਿੱਦਾਂ ਉਹਨੇ ਬੈਲ ਵਜਾਈ ਤਾਂ क्या ਹੋਇਆ, ਬੈਲ ਵਜਾਉਣ ਤੇ ਨਾਲ ਹੀ ਉਹਦੇ ਮੂੰਹ 'ਚ ਸਲਾਈਵ ਆ ਗਿਆ, ਕਿਉਂਕਿ ਉਹਨੂੰ ਲੱਗਿਆ ਕਿ ਬਈ ਫੂਡ ਵੀ ਨਾਲ ਆਏਗਾ, ਬਟ ਫੂਡ ਇਜ਼ ਨਾਟ ਅਵੇਲੇਬਲ ਦੇयर, ਠੀਕ ਹੈ, ਫੂਡ ਨਹੀਂ ਹੈ ਉੱਥੇ। ਬਟ क्या ਹੈ, ਇਸ ਜਿਹੜੀ ਬੈਲ ਹੈ ਇੱਕ ਕੰਡੀਸ਼ਨ ਸਟਿਮੂਲਸ ਹੈ ਤੇ ਇਹਦਾ ਹੀ ਰਿਸਪੌਂਸ ਜਿਹੜਾ ਹੋਏਗਾ ਇਹ ਕੰਡੀਸ਼ਨਡ ਰਿਸਪੌਂਸ ਹੋਏਗਾ। ਹਾਲਾਂਕਿ ਸੀਗਾ क्या ਹੈ, ਪਹਿਲਾਂ ਨਿਊਟਰਲ ਸਟਿਮੂਲਸ ਸੀਗਾ ਬਟ ਹੁਣ ਕੰਡੀਸ਼ਨਡ ਬਣ ਗਿਆ ਤੇ ਉਸ ਤੋਂ ਬਾਅਦ क्या ਹੋ ਜਾਏਗਾ, ਕੰਡੀਸ਼ਨ ਇਹਦਾ ਰਿਸਪੌਂਸ ਵੀ ਆਏਗਾ, ਉਹਦੇ ਮੂੰਹ 'ਚ ਲਾਰ ਆ ਜਾਏਗੀ, ਠੀਕ ਹੈ। ਤੇ ਇਹੀ ਹੁੰਦੀ ਹੈ ਕਲਾਸੀਕਲ ਕੰਡੀਸ਼ਨਿੰਗ, ਇਹਨੂੰ ਹੀ ਅਸੀਂ क्या ਆਖਦੇ ਹਾਂ, ਕਲਾਸੀਕਲ ਕੰਡੀਸ਼ਨਿੰਗ ਆਖਦੇ। ਇਦਾਂ ਸਾਡੀ ਡੇਲੀ ਲਾਈਫ 'ਚ ਤਾਂ ਇਹੀ ਚੀਜ਼ਾਂ ਸਾਰੀਆਂ, ਹੈ ਨਾ। ਡੇਲੀ ਲਾਈਫ 'ਚ ਵੀ ਅਸੀਂ ਇਹੀ ਇਦਾਂ ਦਾ ਹੀ ਸਭ ਕੁਝ ਦੇਖਦੇ ਹਾਂ ਕਿ ਕੁਝ ਇਦਾਂ ਦੀ ਚੀਜ਼ਾਂ ਹੁੰਦੀਆਂ ਜਿਹੜਾ ਮਤਲਬ ਮੰਨ ਲਓ ਵੀ ਅਸੀਂ ਕੋਈ ਜ਼ੋਮੈਟੋ ਤੋਂ ਕੋਈ ਵੀ ਇੱਕ ਚੀਜ਼ ਮੰਗਾ ਰਹੇ ਹਾਂ, ਹੈ ਨਾ। ਸਾਨੂੰ ਪਤਾ ਵੀ ਜਦੋਂ ਵੀ ਮੈਂ ਆਪਣਾ ਆਰਡਰ ਪਲੇਸ ਕਰਦਾ, ਹੈ ਨਾ, ਤਾਂ ਮੈਨੂੰ ਆਰਡਰ ਦੇ ਨਾਲ ਨਾ ਡੈਜ਼ਰਟ ਵੀ ਦਿੱਤਾ ਜਾਂਦਾ। ਮੰਨ ਲਓ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਜਿੱਦਾਂ ਮੈਂ 버ਗਰ ਇੱਕ ਆਰਡਰ ਕਰਦਾ, ਜਦੋਂ ਵੀ ਮੈਂ 버ਗਰ ਆਰਡਰ ਕਰਦਾ, ਠੀਕ ਹੈ, ਤਾਂ ਉਸ ਦੇ ਨਾਲ ਨਾ ਮੈਨੂੰ ਗੁਲਾਬ ਜਾਮਣ ਵੀ ਦਿੱਤੇ ਜਾਂਦੇ। ਇੱਕ ਐਗਜ਼ਾਮਪਲ ਲੈ ਕੇ ਚੱਲ ਰਿਹਾ, ਠੀਕ ਹੈ। ਤਾਂ ਮੰਨ ਲਓ ਇਹ ਦੋਨੋਂ ਡਿਫਰੈਂਟ ਚੀਜ਼ਾਂ ਸੀਗੀਆਂ, ਜਾਂ ਫਿਰ ਕੁਝ ਹੋਰ ਇਦਾਂ ਦੇ ਕੋਈ ਨਿਊਟਰਲ ਸਟਿਮੂਲਸ ਅਸੀਂ ਲੈ ਕੇ ਚੱਲਦੇ ਹਾਂ ਵੀ ਜਦੋਂ ਵੀ ਮੈਂ क्या ਕਰਦਾ, ਮੰਨ ਲਓ ਵੀ ਪਹਿਲਾਂ ਗੁਲਾਬ ਜਾਮੁਨ ਕਿਸੇ ਨੇ ਮੈਨੂੰ ਆਫਰ ਕੀਤੇ, ਠੀਕ ਹੈ, ਗੁਲਾਬ ਜਾਮੁਨ ਦੇਖ ਕੇ ਲਾਲਚ ਆ ਗਿਆ ਮਨ 'ਚ, ਹੈ ਨਾ, ਲਾਲਚ ਇਨ ਦਾ ਸੈਂਸ ਕਿ ਮਨ ਕਰ ਗਿਆ ਖਾਣ ਨੂੰ, ਹੈ ਨਾ। ਤਾਂ ਗੁਲਾਬ ਜਾਮੁਨ ਦੇਖ ਕੇ ਜਿਹੜਾ ਮੇਰਾ ਮਨ ਕਰਿਆ ਖਾਣ ਨੂੰ, ਠੀਕ ਹੈ। ਇਹ ਹੁਣ ਇੱਕ ਗੁਲਾਬ ਜਾਮੁਨ क्या ਨੇ, ਗੁਲਾਬ ਜਾਮੁਨ, ਇੱਕ ਮਿੰਟ ਰੁਕੋ, ਇੱਥੇ ਬਣਾ ਕੇ ਚੱਲਦੇ ਹਾਂ ਅਸੀਂ ਇਹਨੂੰ, ਠੀਕ ਹੈ। ਹੁਣ ਮੰਨ ਲਓ ਇੱਕ ਪਲੇਟ ਹੈ, ठीक है, प्लेट 'ਚ क्या ने गुलाब जामुन ने मेरे को, ठीक है। मैं क्या किया, मैं जिदा ही गुलाब जामुन ਨੂੰ ਦੇਖਿਆ, गुलाब जामुन देख के मेरे मुंह 'ਚ क्या आ गया, पानी आ गया, गुलाब जामुन ਨੂੰ देख के मेरे मुंह 'ਚ पानी आ गया, ठीक है। ਤਾਂ ਇਹ ਜਿਹੜੇ ਗੁਲਾਬ ਜਾਮੁਨ ਨੇ क्या ਨੇ, ਇਹ ਨੈਚੁਰਲ क्या ਨੇ, ਸਟਿਮੂਲਸ ਨੇ ਮੇਰੇ ਲਈ, ਨੈਚੁਰਲ ਸਟਿਮੂਲਸ ਨੇ, ठीक है। ਤੇ ਇਹਨੂੰ ਦੇਖ ਕੇ ਮੇਰੇ ਮੂੰਹ 'ਚ ਜਿਹੜਾ ਪਾਣੀ ਆਇਆ ਇਹ क्या ਹੈ, ਇਹ ਨੈਚੁਰਲ रिस्पॉन्स है, क्योंकि दिल तो करेगा देख के खाने, है ना। मान लो भुख लगी है, दिल तो करेगा देख के खाने, तो ये क्या हो जाएगा, नैचुरल स्टिमुलस हो जाएंगे जो गुलाब जामुन ने। तो जो मेरा देख के मुंह से पानी आ गया वो क्या है, नैचुरल रिस्पॉन्स है, ठीक है। तो दूसरा जोड़ा है, मान लो मैनू किसी ने क्या किया कि मैनू किसी ने एक बुक दी, ठीक है, मैनू किसी ने बुलाया तो एक मैनू बुक देती उन्हें। हुण उस बुक नूं देख के क्या मेरे मुंह 'च पानी आएगा, उस बुक नूं देख के क्या मेरे मुंह 'च पानी आएगा, बिल्कुल नहीं आएगा, है ना। तो जिहड़ा पानी नहीं आएगा, ठीक है, जिहड़ा पानी नहीं आएगा, ठीक है। हुण ये क्या हो जाएगा, जिद्दां असीं देखदे क्या नैक्सट देख रहे थे कि भाई न्यूट्रल स्टिमुलस सीगा, जिहनूं देख के साडा कोई रिस्पॉन्स सीगा नहीं है, तो वो क्या हो जाएगा, नो कंडीशन रिस्पॉन्स, कोई कंडीशन रिस्पॉन्स नहीं आएगा, मेरे मुंह 'च पानी नहीं आएगा। तो ये भी क्या हो जाएगा, ਇਹਨੂੰ क्या ਆਖ ਦਾਂਗੇ ਅਸੀਂ, ਨਿਊਟਰਲ ਸਟਿਮੂਲਸ, ठीक है। ਇਹਨੂੰ क्या ਬੋਲਾਂਗੇ ਅਸੀਂ, ਕੀ ਆਖਾਂਗੇ, ਇਹਨੂੰ ਅਸੀਂ ਬੋਲਦੇ ਹਾਂ ਨਿਊਟਰਲ ਸਟਿਮੂਲਸ, ठीक है। ਇਹ क्या हो जाएगा, न्यूट्रल स्टिमुलस। ਤੇ ਜਿਹੜਾ कोई मेरा रिस्पॉन्स आया ही नहीं, कोई मेरा रिस्पॉन्स आया ही नहीं, तो ये क्या हो जाएगा, नो कंडीशन रिस्पॉन्स, नो कंडीशनड रिस्पॉन्स। क्लियर है जी, दो स्टेजेस ने, ठीक है। पहला गुलाब जामुन देख के मुंह 'ਚ पानी आया, गुलाब जामुन क्या है, नैचुरल स्टिमुलस, ते ये क्या है, साडा नैचुरल रिस्पॉन्स है।
बट अगली बार जो मैंने किसी ने बुला के किताब फड़ाती मेरे हाथ च, क्या मेरे मुंह च पानी आएगा किताब को देख के? नहीं आएगा। तो दो कंडीशन बिहेवियर, ठीक है। बट तीसरी बार क्या होया भी पहला उन्होंने मैनू बुलाया तो उन्होंने मैनू क्या दिता, एक किताब फड़ाती मेरे हाथ च, तो किताब के नाल उन्होंने कहा जी लो जी ਜਿਹੜਾ ਬੰਦਾ ਮੇਰੇ ਤੋਂ ਕਿਤਾਬ ਲਏਗਾ ਉਹਨੂੰ ਗੁਲਾਬ ਜਾਮਣ ਵੀ ਦਿੱਤੇ ਜਾਣਗੇ। ਮੈਂ ਕਿਹਾ ਜੀ ਬਹੁਤ ਵਧੀਆ ਹੈ ਨਾ। ਤੇ ਜਿੱਦਾਂ ਹੀ ਮੈਂ ਕਿਤਾਬ ਨੂੰ ਦੇਖਿਆ ਤੇ ਮੈਨੂੰ ਸੌਰੀ ਜਿੱਦਾਂ ਹੀ ਮੈਂ ਕਿਤਾਬ ਦੇ ਨਾਲ ਕਿਆ ਦੇਖਿਆ ਵੀ ਕਿਤਾਬ ਦੇ ਨਾਲ ਤਾਂ ਇੱਥੇ ਗੁਲਾਬ ਜਾਮਣ ਵੀ ਮਿਲ ਰਹੇ ਨੇ, ਹੈ ਨਾ। ਕਿਤਾਬ ਦੇ ਨਾਲ ਕਿਆ ਮਿਲ ਰਹੇ ਨੇ? ਗੁਲਾਬ ਜਾਮਣ ਵੀ ਮਿਲ ਰਹੇ ਨੇ। ਮੈਂ ਖੁਸ਼ ਹੋ ਗਿਆ, ਮੈਂ ਕਿਹਾ ਵਧੀਆ ਗੱਲ ਹੈ ਜੀ। ਤੇ ਉੱਦਾਂ ਹੀ ਨੈਕਸਟ ਟਾਈਮ ਵੀ ਹੋਇਆ ਵੀ ਉਹਨੇ ਮੈਨੂੰ ਜਿੱਦਾਂ ਹੀ ਕਿਤਾਬ ਦਿੱਤੀ ਮੇਰੇ ਮਨ 'ਚ ਕਿਆ ਆ ਜਾਏਗਾ ਕਿਤਾਬ ਦੇਖਦੇ ਹੀ, ਹੈ ਨਾ। ਅਗਲੀ ਵਾਰ ਉਹਨੇ ਮੈਨੂੰ ਕਿਹਾ ਕਿਤਾਬ ਇੱਕ ਦਿੱਤੀ ਤੇ ਕਿਤਾਬ ਦੇਖਦੇ ਮੇਰੇ ਮਨ 'ਚ ਕਿਆ ਆ ਜਾਏਗਾ? ਮੇਰੇ ਮਨ 'ਚ ਆਏਗਾ ਯਾਰ ਹੁਣ ਗੁਲਾਬ ਜਾਮਣ ਵੀ ਤਾਂ ਮਿਲੂਗੇ, ਹੈ ਨਾ। ਬਟ ਕਿਤਾਬ ਦੇਖਦੇ ਹੀ ਮੇਰੇ ਮਨ 'ਚ ਕਿਆ ਆ ਗਿਆ ਕਿ ਗੁਲਾਬ ਜਾਮਣ ਵੀ ਮਿਲਣ ਵਾਲੇ ਨੇ, ਹੈ ਨਾ। ਤੇ ਗੁਲਾਬ ਜਾਮਣ ਦਾ ਜਿਹੜੀ ਸਾਡੇ ਮੇਰੇ ਮਨ 'ਚ ਆਲਰੇਡੀ ਇੱਕ ਜਿਹਨੂੰ ਕਹਿ ਸਕਦੇ ਉਮੀਦ ਬਣ ਚੁੱਕੀ ਹੈ, ਠੀਕ ਹੈ। ਤਾਂ ਉਹ ਕਿਆ ਹੋ ਜਾਏਗਾ? ਉਹ ਹੋ ਜਾਏਗਾ ਆਪਣਾ ਇੱਕ ਕੰਡੀਸ਼ਨਡ ਬਿਹੇਵੀਅਰ, ਠੀਕ ਹੈ। ਕੰਡੀਸ਼ਨਡ ਰਿਸਪੌਂਸ ਹੋ ਜਾਏਗਾ, ਠੀਕ ਹੈ। ਜਿੱਦਾਂ ਇਹਦੇ 'ਚ ਸਾਨੂੰ ਦੇਖਣ ਮਿਲ ਰਿਹਾ ਕੰਡੀਸ਼ਨ ਸਟਿਮੂਲਸ ਹੈ, ठीक है। एक क्या हो जाएगा? कंडीशनड स्टिमुलस हो जाएगा, CS हो जाएगा। तो एक क्या हो जाएगा? कंडीशनड रिस्पॉन्स हो जाएगा, है ना। हुण मेरे को गुलाब जामन नहीं है बट ये जो रिस्पॉन्स आया है क्या हो जाएगा? कंडीशन रिस्पॉन्स भी इदा का देख के इदा ही होंगे, ठीक है। तो कंडीशनड रिस्पॉन्स क्या हो जाएगा? जो असी ऑलरेडी मान लेंगे भी यार जे ये चीज़ है तो ये नाल ये चीज़ भी तो होएगी। जिदा बैल दे नाल की सीगा फूड तो होएगा बट फूड नहीं सीगा उत्ते, बट फूड नहीं सीगा, ठीक है। तो ये चीज़ां जड़ियां ने क्या बन जाए? कंडीशन स्टिमुलस ते कंडीशनड रिस्पॉन्स, ठीक है। जी बैल सीगी वो क्या बन जाएगी? कंडीशन स्टिमुलस बन जाएगी। तो सलाइवा जो सीगा वो क्या बन जाएगा? कंडीशनड रिस्पॉन्स बन जाएगा। क्लियर है जी? चलो ठीक है। हुण जिहड़ा न्यूट्रल स्टिमुलस हुंदा है इहनूं असीं आर्टिफिशियल स्टिमुलस भी बोल सकते हैं, आर्टिफिशियल स्टिमुलस भी बोलते हैं, ठीक है। न्यूट्रल स्टिमुलस भी ਅਸੀਂ बोल सकते हैं ਤੇ आर्टिफिशियल स्टिमुलस भी ਅਸੀਂ ਇਹਨੂੰ बोल सकते हैं, है ना। ਜਿੱਦਾਂ ਜਿਹੜਾ ਸਾਡਾ ਡੌਗ ਵਾਲਾ ਐਕਸਪੈਰੀਮੈਂਟ ਸੀਗਾ ਇਹਦੇ ਜਿਹੜਾ ਬੈਲ ਸੀਗਾ ਉਹ ਕੀ ਸੀਗਾ? ਆਰਟੀਫਿਸ਼ਲ स्टिमुलस भी ਇਹਨੂੰ ਅਸੀਂ बोल सकते हैं, ठीक है जी। ਇੰਨੀ ਗੱਲ ਆਪਾਂ ਨੂੰ ਸਮਝ ਆ ਗਈ ਹੋਏਗੀ ਆਰਟੀਫਿशियल स्टिमुलस क्या ਹੁੰਦਾ, ठीक है। चलो जी। तो एक चीज़ होर समझ के चलो, जो कंडीशनड स्टिमुलस है, ठीक है, जो न्यूट्रल स्टिमुलस है तो कंडीशन स्टिमुलस है, दोनों सेम ही ने बट दोनों के स्टेट डिफरेंट है ना। कंडीशन स्टिमुलस कदों बनेगा? जो इस तो पहला वो माइंड 'ਚ ये गल बिठा दी जाएगी भी बैल दे नाल फूड भी आएगा तो एक कंडीशन स्टिमुलस इत्थे जाके बनेगा, ठीक है। बट जो उन्होंने पता ही नहीं है भी बैल दे नाल फूड भी आता है, उस तो पहला की गल है, जो बिफोर कंडीशनिंग तो पहला की गल है, तो वो न्यूट्रल स्टिमुलस होएगा। ये चीज़ां याद रखियो, ठीक है। इन्हां चीज़ों चो तुहानूं डिफरेंस पता होने चाहिए ने भी न्यूट्रल स्टिमुलस कदा जो उन्होंने पता ही नहीं है भी बैल दे नाल फूड भी आता है, जस्ट उन्हें बैल नूं देखिया तो क्या है साडी एक नैचुरल एक्यूटी है ना, सेंसरी एक्यूटी बोलते हैं इहनूं। वैसे जो चीज़ों को देख के पछाण लैंदे है ना। तो उन्होंने देखा यार मेरे खाण की चीज़ नहीं है, खाण की चीज़ नहीं है तो कोई सलाइवा भी नहीं आया, ठीक है। तो जो उन्होंने पता ही नहीं है भी एक किसी कंडीशन मतलब स्टिमुलस नहीं है, कंडीशन स्टिमुलस मतलब न्यूट्रल है, मतलब उन्होंने पता भी मेरे किसी काम की चीज़ नहीं है तो मेरे खाण की चीज़ नहीं है तो सलाइवा भी नहीं आएगा। बट जो इनू क्या किया गया? कंडीशनड किया गया। कंडीशन मतलब फूड के नाल इनू बैल नूं रखा गया। जो बैल बजाई तो बैल बजाने नाल फूड मिलिया तो वो मुँह 'ਚ सलाइवा आया। अगली बार जो ये माइंड मेकअप हो चुका है ऑलरेडी कि जो भी बैल बजती है उदों फूड भी मिलता है जी नाल, जो भी बैल बजती है उदों फूड भी उहदे नाल हुंदा है। उदों ये जिहड़े न्यूट्रल स्टिमुलस सीगा ये क्या बन जाएगा? कंडीशनड स्टिमुलस, क्योंकि ये कंडीशन है क्या कि फूड भी तो होएगा नाल, ये है ना। उहदे माइंड 'ਚ ऑलरेडी है कि जदों बैल बजदी उहदे नाल फूड भी हुंदा है, तो उदों आके क्या बनता है? कंडीशनड स्टिमुलस। याद रखियो, क्योंकि हो सकता है थोड़े दिमाग 'ਚ कन्फ्यूजन क्रिएट हो रही है भी न्यूट्रल स्टिमुलस ते कंडीशन स्टिमुलस, इत्थे इहनूं असीं न्यूट्रल कह रहे, इत्थे असीं इहनूं क्या कह रहे? कंडीशन। कंडीशन तो है क्योंकि इस तो पहला असीं कंडीशनिंग कर चुके हैं, ये बिफोर कंडीशनिंग है। उदों इस टाइम उन्होंने नहीं पता कि बैल दे नाल फूड भी आएगा, इस टाइम उहदे लई सिर्फ ये अलग स्टिमुलस है, ये अलग स्टिमुलस है, ठीक है। मतलब दो डिफरेंट स्टेजेस ने, एक बारी फूड दिता, एक बारी बैल बजाई।
ਤਾਂ ਜਦੋਂ ਫੂਡ ਦਿੱਤਾ ਸਲਾਈਵ ਆਇਆ, ਜਦੋਂ ਬੈਲ ਵਜਾਈ ਕੋਈ ਰਿਸਪੌਂਸ ਨਹੀਂ ਆਇਆ। ਕਿਉਂ? ਕਿਉਂਕਿ ਉਹਨੂੰ ਪਤਾ ਮੇਰੇ ਖਾਣ ਦੀ ਚੀਜ਼ ਨਹੀਂ। ਉਸ ਤੋਂ ਬਾਅਦ ਕੰਡੀਸ਼ਨਿੰਗ ਕੀਤੀ ਗਈ, ਜਿਹੜਾ ਫੂਡ ਹੈ ਤੇ ਜਿਹੜਾ ਬੈਲ ਹੈ ਦੋਨੋਂ ਨੂੰ ਇਕੱਠੇ ਕਰਕੇ, ਹੈ ਨਾ ਵੀ ਪਹਿਲਾਂ ਬੈਲ ਵਜਾਈ, ਬੈਲ ਵਜਾਉਣ ਨਾਲ ਹੀ ਕੀ ਕੀਤਾ ਉਹਨਾਂ ਨੇ ਫੂਡ ਦਿੱਤਾ ਉਹਨੂੰ। ਤਾਂ ਇਹ ਕੰਡੀਸ਼ਨ ਬਣਾਈ ਗਈ, ਹੈ ਨਾ। ਇਹਨੂੰ ਕੀ ਕਹਿ ਦਾਂਗੇ ਅਸੀਂ? ਇਹਨੂੰ ਕਹਿ ਦਾਂਗੇ ਕੰਡੀਸ਼ਨਿੰਗ। ਠੀਕ ਹੈ, ਹੁਣ ਅਗਲੀ ਵਾਰ ਕੀ ਕਰੇਗਾ? ਫੂਡ ਹਟਾ ਦੇਗਾ, नो फूड। ठीक है, ओनली बैल। तो इस समय जी बैल है वो क्या बन गई? कंडीशन स्टिमुलस, क्योंकि वो कंडीशनिंग ची सीगी, है ना। तो कंडीशन स्टिमुलस जिदा ही आएगा तो जो उसका रिस्पॉन्स आएगा, है ना, वो क्या आएगा? कंडीशनड रिस्पॉन्स। क्योंकि कंडीशन रिस्पॉन्स जो क्या सीगा ਉਹਦਾ एक कंडीशन स्टिमुलस है, इनू देख के ही कंडीशन रिस्पॉन्स है कि बैल दे नाल फूड भी आउंदा, सलाइवा आ जाएगा, इनू क्या आखांगे असीं? कंडीशनड रिस्पॉन्स इनू आख्या जाएगा। क्लीयर है जी। ये एक्सपैरीमेंट किया सीगा, आई थिंक 1902 च ये एक्सपैरीमेंट उन्होंने किया सीगा ते 1904 च उन्होंने नोबल प्राइज़ भी मिले सीगा फिजियोलॉजी च, यानी कि मेडिसिन च मिले सीगा। ठीक है, ये भी कुछ चीज़ां फैक्ट है, ये याद रखने की जरूरत है। बट मेन जिहड़ा है सानू क्या है कि साइकोलॉजी समझो, है ना, थ्योरीज समझो क्या ने, क्या वो सोचते हैं, क्या वो सानू इन्हां थ्योरी दे राही सानू बहुत बहुत सारियां जानकारियां देना चाहते हैं। ठीक है, तो इन्नी की गल जो सानू समझ आ गई होगी तो इस तो अगे बढ़ते देखते हैं असीं लर्निंग फिनोमेना ये क्या होंदा है। ठीक है, लर्निंग फिनोमेना क्या है? अच्छा, एक चीज़ तुसीं होर समझ के चलोगे कि लर्निंग फिनोमेना एक इदां दा वर्ड है जिहड़ा सानू देखण नूं लगदा है कि सिंगुलर है बट ये प्लूरल होंदा। ठीक है, लर्निंग फिनोमेना का मतलब क्या है? ये डिफरेंट फिनोमेनन जिहड़ा सिंगुलर होंदा, फिनोमेना इज प्लूरल। ठीक है, तो लर्निंग फिनोमेना किहड़े ने साडे? एक ने कंडीशनड लर्निंग, सैकेंड इज जर्नलाइजेशन ऑफ बिहेवियर। ये समझने बहुत ज़्यादा इंपॉर्टेंट ने, बहुत बार इत्थों क्वेश्चन पूछे जाते भी जर्नलाइजेशन ऑफ बिहेवियर क्या है, कंडीशनड लर्निंग क्या है ना, इदां दे जिहड़े साडे होर एक्सटिंक्शन इन लर्निंग, डिस्क्रिमिनेशन इन लर्निंग, है ना, एक्सटिंक्शन लर्निंग, इदां दे मतलब कॉन्सैप्ट जिहड़े सानूं देखण नूं मिलदे ने इस थ्योरी ते जिहड़े बेस्ड ने। ठीक है, तो वो असीं समझदे हां। तो शुरू करते कंडीशनड लर्निंग तो। कंडीशनड लर्निंग किहनूं बोलदे हैं? कंडीशन लर्निंग होती है बिहेवियर लर्न ड्यू टू सोशलाइजेशन इज कॉल्ड कंडीशन लर्निंग। मतलब सोशलाइजेशन तो जिहड़ा सानू कोई भी बिहेवियर सीखण नूं मिलदा है। सोशलाइजेशन मतलब जिहड़ा एनवायरनमेंट तो, है ना, सानू कोई भी बिहेवियर सीखण नूं मिलदा या फिर हौली हौली करके जिहड़ी असीं चीज़ां सीख जाते हैं, है ना। जिद्दां असीं सब तो वड्डा एग्जाम्पल लैके चलदे हां भी जदों जिहड़ा इंसान स्टार्टिंग की जो आप गल करिए, है ना, इवोल्यूशन जो होया सीगा, ठीक है, उदों की असीं गल करिए तो इंसान कपड़े नहीं सी पाउंदा, है ना। क्यों? क्योंकि उन्होंने लगता सी कि भी कपड़े साडे लई बने नहीं, बट हौली हौली असीं कपड़े पाउणों सीख गए। हुण इस समय सानू क्या लगता है जे असीं कपड़े नहीं पाओगे तो क्या होएगा? तो औखा हो जाएगा काम, है ना, मतलब वधिया नहीं लगता हुण। बट तुसीं जे स्टार्टिंग च जाके देखो, है ना, जदों इवोल्यूशन स्टार्ट होया सीगा उदों असीं देखदे हां तां इंसान नहीं पाउंदा सी कपड़े, है ना। हुण दी डेट 'च जानवर भी जिद्दां कपड़े नहीं पाउंदे, है ना। जानवर ते इंसान 'च बहुत डिफरेंस भी आ चुके। ऑल्दो असीं क्या सीगे पहलां तां जानवर ही सीगे, बट हुण असीं क्या बन गए? हौली हौली ह्यूमन बीइंग। हुण ह्यूमन बीइंग जिहड़ा वो कपड़े पाउंदा है, जानवर जिहड़ा कपड़े नहीं पाउंदा, है ना। जिद्दां एक साडा एक शो आंदा सीगा मोगली शो, है ना, उहदे 'च ही सीगी क्या? उहदे 'च तुहानूं देखण नूं मिलदा कंडीशन लर्निंग। कंडीशन लर्निंग मतलब उहदे आले दुआले जिन्ने भी कोई भी एटमोसफेयर एनवायरनमेंट जो भी रिस्पॉन्सेज उन्होंने देखने को मिलते थे उहदे अकॉर्डिंग ही, है ना। जिद्दां असीं मान लो सानू कोई जंगल 'च छड्ड के आ जाए, जंगल 'च किसी ने सानू छड्डता, उस तो बाद क्या होएगा? छोटे हुंदे सानू जंगल 'च छड्डता, है ना। मोगली नाल इदां ही होया सी। तां असीं किद्दां दा बिहेव करन लग जागे जिद्दां दा सानू देखण नूं मिलेगा आले दुआले, है ना। जिद्दां असीं देखांगे यार भी ये तां पेड़ां ते लटकदे आ, इदां चलदे आ, असीं चारों मतलब लत्तां ते पैरां ते दोनों ते चलण लग जांगे, है ना, उदां दी हरकतां करांगे। या फिर बड़ा वधिया एक एग्जाम्पल ये भी हुंदा जिद्दां एक बच्चा जिहड़ा है वो पिंडां 'च पलिया बड़ा, एक बच्चा जिहड़ा वो शहरां 'ਚ पलिया बड़ा, है ना। दोनों के बिहेवियर 'ਚ डिफरेंस होंदा, ठीक है। तो हुंदा कंडीशनड लर्निंग, उहनूं बोलदे असीं कंडीशनड लर्निंग, विच किद्दां दी सोशलाइजेशन साडी हो रही है, जिद्दां दी सोशलाइजेशन उदां दी क्या होएगी? लर्निंग होएगी। ते उही बिहेवियर जिहड़ा साडा क्या है? सिੱਖਿਆ ਗਿਆ साडी सोशलाइजेशन तो उहनूं असीं क्या बोलदे हैं? कंडीशनड लर्निंग कहा जाता है ना। जिद्दां असीं जदों भी इंग्लिश सीखनी शुरू करते हैं, है ना, मतलब जे मैं पंजाब की सिर्फ गल करा, जदों असीं इंग्लिश सीखनी शुरू करते हैं तो सानूं बहुत डिफिकल्टीज आउंदियां ने, ठीक है। असीं
ਬੋਲ ਨਹੀਂ ਪਾਉਂਦੇ, ਸਾਡਾ ਜਿਹੜਾ ਮਦਰ ਟੰਗ ਇਨਫਲੂਐਂਸ ਹੈ ਉਹ ਵਿੱਚ ਆ ਜਾਂਦਾ ਹੈ ਨਾ, ਤੁਹਾਨੂੰ ਮਤਲਬ ਬੋਲਦੇ ਹੀ ਪਤਾ ਲੱਗਦਾ ਵੀ ਨਹੀਂ ਯਾਰ ਇਹਦੀ ਅੰਗਰੇਜ਼ੀ ਥੋੜੀ ਜਿਹੀ ਟਾਈਟ ਹੈ। ਬਟ ਇਹੀ ਜੇ ਮੈਂ ਕੰਪੇਅਰ ਕਰਾਂ ਇੱਕ ਇੱਦਾਂ ਦਾ ਬੱਚਾ ਜਿਹੜਾ US 'ਚ ਪਲਿਆ ਬੜਾ, ਉਹ ਇੰਗਲਿਸ਼ ਬਹੁਤ ਵਧੀਆ ਬੋਲੇਗਾ, ਉਹਦਾ ਐਕਸੈਂਟ ਬਹੁਤ ਵਧੀਆ ਹੋਏਗਾ, ਉਹਨੂੰ ਜ਼ਿਆਦਾ ਚੀਜ਼ਾਂ ਸਿੱਖਣ ਦੀ ਲੋੜ ਨਹੀਂ ਹੈਗੀ। ਤਾਂ ਉਹ ਕੀ ਹੋਏਗਾ, ਉਹ ਕੰਡੀਸ਼ਨਡ ਲਰਨਿੰਗ ਹੈ ਉਹਦੀ, ਜਿੱਦਾਂ ਦਾ ਐਟਮੋਸਫੇਅਰ ਹੈ ਨਾ। ਤੇ ਤਾਂ ਇਹਦੇ ਲਈ ਇੱਕ ਈਡੀਐਮ ਵੀ ਬਣੀ ਹੈ ਕਿ ਸੰਗਤ ਕੀ ਰੰਗਤ, ਸੰਗਤ ਕੀ ਰੰਗਤ ਹੈ ਨਾ। ਸੰਗਤ ਦੀ ਰੰਗਤ ਦਾ ਮਤਲਬ ਕੀ ਹੁੰਦਾ ਵੀ ਜਿੱਦਾਂ ਦੀ ਸੰਗਤ 'ਚ ਅਸੀਂ ਰਹਾਂਗੇ ਉਦਾਂ ਦੇ ਅਸੀਂ ਬਣ ਜਾਵਾਂਗੇ। ਤਾਂ ਉਹੀ ਕਿਆ ਹੈ, ਕੰਡੀਸ਼ਨਡ ਲਰਨਿੰਗ। ਕਲੀਅਰ ਹੈ, यानी कि बिहेवियर लर्न ड्यू टू सोशलाइजेशन इज कॉल्ड कंडीशनड लर्निंग। क्लियर है जी। उस तो नेक्स्ट आती है साडी जर्नलाइजेशन ऑफ बिहेवियर। जर्नलाइजेशन ऑफ बिहेवियर क्या होता है कि कंडीशन बिहेवियर ऑफ एनी स्टिमुलाई आफ्टर लॉन्ग कंडीशन प्रोसेस इज कॉल्ड जर्नलाइजेशन ऑफ बिहेवियर। ਇਹਦਾ क्या मतलब होएगा, ਇਹਦਾ मतलब मैं ਤੁਹਾਨੂੰ ਸਿੰਪਲ ਜੀ ਲੈਂਗੁਏਜ 'ਚ ਸਮਝਾ ਦੇਣਾ। ਠੀਕ ਹੈ, ਜਿੱਦਾਂ ਕੋਈ ਵੀ ਸਾਨੂੰ ਇੱਕ ਸਟਿਮੂਲਸ ਦਿਖਿਆ, ਜਿੱਦਾਂ ਕੋਈ ਵੀ ਸਾਨੂੰ ਇੱਕ ਕਿਆ ਦਿਖਿਆ, ਸਟਿਮੂਲਸ ਦਿਖਿਆ। ਹੁਣ ਇਸ ਸਟਿਮੂਲਸ ਨੂੰ ਪਾਉਣ ਲਈ ਸਾਡੇ ਡਿਫਰੈਂਟ ਰਿਸਪੌਂਸਸ ਹੋਣਗੇ ਹੈ ਨਾ। ਪਹਿਲਾ ਰਿਸਪੌਂਸ ਹੋਏਗਾ, ਦੂਸਰਾ ਰਿਸਪੌਂਸ ਹੋਏਗਾ, ਤੀਸਰਾ ਹੋਏਗਾ, ਠੀਕ ਹੈ, ਐਂਡ ਸੋ ਔਨ ਇਦਾਂ ਦੇ ਰਿਸਪੌਂਸਸ ਸਾਡੇ ਚੱਲਦੇ ਰਹਿਣਗੇ। ਐਂਡ 'ਚ ਜਾ ਕੇ ਕਿਆ ਹੋਏਗਾ ਵੀ ਸਾਡਾ ਜਿਹੜਾ ਇੱਕ ਕੰਡੀਸ਼ਨਡ ਰਿਸਪੌਂਸ ਹੈ ਉਹ ਸਾਨੂੰ ਦੇਖਣ ਨੂੰ ਮਿਲ ਜਾਏਗਾ ਹੈ ਨਾ। ਮਤਲਬ ਜਿਹੜਾ ਜਦੋਂ ਸਾਡੇ ਕੋਲ ਐਕਸਪਰਟਾਈਜ਼ ਹੁੰਦੀ ਹੈ ਕਿਸੇ ਚੀਜ਼ ਦੀ, ਜਦੋਂ ਅਸੀਂ ਕੀ ਕਰਦੇ ਹਾਂ, ਐਕਸਪਰਟ ਬਣ ਜਾਂਦੇ ਕਿਸੇ ਵੀ ਚੀਜ਼ 'ਚ ਹੈ ਨਾ, ਤਾਂ ਉਹ ਕੀ ਹੁੰਦਾ, ਸਾਡਾ ਉਹ ਕੰਡੀਸ਼ਨਡ ਰਿਸਪੌਂਸ ਹੁੰਦਾ। ਠੀਕ ਹੈ, ਕਿੱਦਾਂ ਆਇਆ ਹੈ, ਪਹਿਲਾਂ ਅਸੀਂ ਰਿਸਪੌਂਸ 1, ਪਹਿਲਾਂ ਫਸਟ ਟਰਾਈ, ਸੈਕਿੰਡ ਟਰਾਈ, ਥਰਡ, ਹੌਲੀ ਹੌਲੀ ਕਰਦੇ ਅਸੀਂ ਐਕਸਪਰਟਾਈਜ਼ ਮਿਲ ਗਈ। ਠੀਕ ਹੈ, ਉਸ ਤੋਂ ਬਾਅਦ ਜਦੋਂ ਸਾਨੂੰ ਐਕਸਪਰਟਾਈਜ਼ ਮਿਲ ਗਈ, ਜਦੋਂ ਸਾਨੂੰ ਸਾਡਾ ਸਟਿਮੂਲਸ ਦਿਖਾਈ ਦੇਗਾ, ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਅਸੀਂ ਡਾਇਰੈਕਟ ਉਹੀ ਰਿਸਪੌਂਸ ਦੇਵਾਂਗੇ, ਕਿਹੜਾ, ਕੰਡੀਸ਼ਨਡ ਰਿਸਪੌਂਸ। ਕੰਡੀਸ਼ਨਡ ਰਿਸਪੌਂਸ। ਠੀਕ ਹੈ, ਤਾਂ ਉਦੋਂ ਉਹ ਜਿਹੜਾ ਰਿਸਪੌਂਸ ਹੋਏਗਾ ਉਹਨੂੰ ਕੀ ਕਹਿ ਦਾਂਗੇ ਅਸੀਂ, ਜਰਨਲਾਈਜੇਸ਼ਨ ਆਫ ਬਿਹੇਵੀਅਰ। ਠੀਕ ਹੈ, ਇਹਨੂੰ ਅਸੀਂ ਕੀ ਆਖਦੇ ਹਾਂ, ਜਰਨਲਾਈਜੇਸ਼ਨ ਆਫ ਬਿਹੇਵੀਅਰ। ਮਤਲਬ ਜਿੱਦਾਂ ਅਸੀਂ ਬਹੁਤ ਸਾਰੇ ਆਪਣੀ ਇੱਕ ਡੇਲੀ ਲਾਈਫ ਤੋਂ ਵੀ ਐਗਜ਼ਾਮਪਲ ਚੱਕ ਸਕਦੇ ਹਾਂ ਜਰਨਲਾਈਜੇਸ਼ਨ ਆਫ ਬਿਹੇਵੀਅਰ। ਇਹ ਹਰ ਥਾਂ ਹੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਜਰਨਲਾਈਜੇਸ਼ਨ ਆਫ ਬਿਹੇਵੀਅਰ। ਜਿੱਦਾਂ ਅਸੀਂ ਲਿਖਣਾ ਸਿੱਖਦੇ ਹਾਂ ਹੈ ਨਾ, ਲਿਖਣਾ ਸਿੱਖਦੇ ਹਾਂ, ਜਿੱਦਾਂ ਸਾਨੂੰ ਕਿਆ ਕਿਹਾ ਜਾਂਦਾ ਸਟਾਰਟਿੰਗ 'ਚ ਵੀ ਯਾਰ ਪਹਿਲਾਂ ਤੁਸੀਂ ਬੀ ਬਣਾਉਣਾ ਹੈ, ਪਹਿਲਾਂ ਸਟ੍ਰੇਟ ਲਾਈਨ, ਠੀਕ ਹੈ, ਫਿਰ ਰਾਊਂਡ, ਫਿਰ ਰਾਊਂਡ ਹੈ ਨਾ। ਉਸ ਤੋਂ ਬਾਅਦ ਫਿਰ ਦੁਬਾਰਾ ਬੱਚੇ ਨੇ ਟਰਾਈ ਕੀਤੇ, ਬੱਚੇ ਨੇ ਪਹਿਲਾਂ ਕਿਆ ਕਰਤਾ, ਇਹਨੂੰ ਰਾਊਂਡ ਨਹੀਂ ਬਣਾ ਸਕੇ, ਇਹਨੂੰ ਬਾਹਰ ਕੱਢਤਾ, ਫਿਰ ਰਬ ਕੀਤਾ, ਨਹੀਂ ਰਬ ਕਰੋ, ਫਿਰ ਦੁਬਾਰਾ ਦੱਸਿਆ ਵੀ ਇੱਦਾਂ ਕਰੋ ਹੈ ਨਾ। ਤੇ ਇੱਕ ਟਾਈਮ ਬੱਚੇ ਦਾ ਆਏਗਾ, ਬੱਚਾ ਸਿੱਧਾ ਹੀ ਬੀ ਬਣਾ ਦੇਗਾ। ठीक है, ये जर्नलाइजेशन ऑफ बिहेवियर है। मतलब थ्रू डिफरेंट रिस्पॉन्सेज है ना, आफ्टर मैनी रिस्पॉन्सेज या फिर आफ्टर मैनी फेवरेबल रिस्पॉन्सेज। ठीक है, जो कंडीशनड रिस्पॉन्स आता है उन्होंने असं क्या कहते हैं, जर्नलाइजेशन ऑफ बिहेवियर है ना। जिदा असी बाइक जो सीखी सी है ना, बाइक जो सीखते हैं तो असी क्या करते हैं, पहला क्लच दब के है ना, एक्सीलेटर ज़्यादा देंगे, एकदम तो छड़ते गिर जाते हैं, फिर असी दोबारा फिर उठते हैं है ना, फिर असी थोड़ा थोड़ा छड़ते हैं, ਫਿਰ ਝਟਕੇ ਜੇ ਲੱਗਦੇ ਆ, ਫਿਰ ਹੌਲੀ ਹੌਲੀ ਇੱਕ ਟਾਈਮ ਇਦਾਂ ਦਾ ਆ ਜਾਏਗਾ ਜਿੱਦਾਂ ਤੁਸੀਂ ਬਾਈਕ ਸਟਾਰਟ ਕੀਤੀ, ਤੁਸੀਂ ਮਤਲਬ ਕੋਈ ਤੁਹਾਨੂੰ ਧਿਆਨ ਰੱਖਣ ਦੀ ਲੋੜ ਨਹੀਂ ਹੈ, ਕੁਛ ਨਹੀਂ, ਤੁਸੀਂ ਸਿੱਧਾ ਬਾਈਕ ਸਟਾਰਟ ਕੀਤੀ ਤਾਂ ਤੁਹਾਨੂੰ ਪਤਾ ਹੈ ਕਿੰਨਾ ਕਲਚ ਤੁਹਾਡਾ ਜਾਏਗਾ, ਕਿੰਨਾ ਐਕਸੀਲੇਟਰ ਤੁਸੀਂ ਦੱਬਣਾ, ਸਭ ਕੁਛ ਹੈ ਨਾ। ਉਹ ਜਰਨਲਾਈਜੇਸ਼ਨ ਆਫ ਬਿਹੇਵੀਅਰ। ਉਹਦੇ ਲਈ ਕੀਤਾ ਗਿਆ, ਤੁਸੀਂ ਪਹਿਲਾਂ ਐਕਸੀਲੇਟਰ ਜ਼ਿਆਦਾ ਛੱਡਤਾ, ਫਿਰ ਕਲਚ ਜ਼ਿਆਦਾ ਛੱਡਤਾ ਹੈ ਨਾ, ਫਿਰ ਬੰਦ ਹੋ ਗਈ ਬਾਈਕ, ਫਿਰ ਹੌਲੀ ਹੌਲੀ ਅੱਗੇ ਕਹਾਣੀ ਵਧੀ, ਕਰਦੇ 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 ਲਾਸਟ 'ਚ ਤੁਸੀਂ ਐਕਸਪਰਟ ਹੋ ਗਏ। ਉਹ ਕੀ ਹੋ ਗਿਆ, ਕੰਡੀਸ਼ਨਡ रिस्पॉन्स हो गया। क्लियर है, उन्होंने कहते हैं क्या, जर्नलाइजेशन ऑफ बिहेवियर। क्लियर है जी नहीं गल। उस तो आ गया डिस्क्रिमिनेशन ऑफ बिहेवियर। डिस्क्रिमिनेशन ऑफ बिहेवियर मतलब तुसी डिफरेंस देखना शुरू कर दोगे, डिफरेंस तुसी बड़े ईजिली समझ पाओगे किदा, सेंसरी इक्विटी दे नाल। ठीक है, जिदा एबिलिटी ऑफ अंडरस्टैंडिंग डिफरेंसेस बिटवीन सेंसरी इक्विटी ऑफ डिफरेंट स्टिमुलाई। मतलब क्या होएगा, तुसी देख के ही क्या पछाण लोगे भी ये किदां दा स्टिमुलस है ना। जिदा मान लो बई एक बाइक भी साडा स्टिमुलस है, जे असीं कित्थे जाना वो बाइक साडा स्टिमुलस है, जे असीं जाना चाहुंदे कित्थे तां मान लो तुसी कित्थे जाना है, कोई एक जगह जिदा मंदिर है, मान लो तुसी मंदिर जाना है, ठीक है, तुहाडे कोल दो स्टिमुलस पए ने, ठीक है, एक है तुहाडी क्या बाइक या साइकिल, कुछ भी असी ला लें, ठीक है, एक ए स्टिमुलस है थोड़े को, ते एक स्टिमुलस क्या पानी पे थोड़े को है ना। तो पानी की वरतों कदों की जाएगी, उदों जदों सानू क्या लगी हुई है, प्यास लगी हुई है, उदों साडा जिहड़ा
स्टिमुलस साडे लिए बनेगा, वो क्या बनेगा, पानी बनेगा। ठीक है, तो जे मैं ਇੱਥੇ ਜਾਣਾ, मैं जाना चाहता किते मंदिर, मंदिर 'ਚ ਜੇ मैं जाना है तो मैनू क्या करना पेगा, मैनू साइकिल का ही यूज करना पेगा। ठीक है, तो साइकिल क्या बन जाएगी, मेरा ये बन जाएगी क्या, एक जान का साडे कोल क्या बन जाएगा, जरिया बन जाएगा। क्लीयर है। तो इदां दा मतलब जिन्हों असीं कह सकते हैं, मतलब इदां दी एक स्टेट आ जाना जिथे असीं सेंसरी इक्विटी दे नाल, सेंसरी इक्विटी दे नाल ही असीं पता लगा सकन भी ये किदां दा स्टिमुलस है ना। जिद्दां मैं मान लो इस बोर्ड नूं देखांगा तो इस बोर्ड नूं देख के सानूं क्या पता लगेगा कि यार ये तो हार्ड हुंदा है। किदां पता लग्या, जदों मान लो मैं पहली बार आया, मैं देखिया यार इहनूं टच करके देखिया कि अच्छा ये तो हार्ड है ना। तो मैं मान लो कोई रूम पिया सीगा, रूम नूं जाके मैं हथ लाया, मैं कहा ये तो सॉफ्ट है। हुण जदों मैं नैक्सट टाइम इन्हां नूं देखांगा, जिद्दां ही मैं बोर्ड देखा, मैं समझ जागा मेरी सेंसरी इक्विटी है कि ये तो चीज़ हार्ड हुंदी है। ठीक है, तो मैं रूम देखा, वो भी मेरी सेंसरी इक्विटी है, यार ये तो सॉफ्ट होंगे। ठीक है, मैं अपनी स्किन नूं फड़ रहा, क्या है, सॉफ्ट है। ठीक है, तो ये सेंसरी इक्विटी नूं बोलते हैं, जो असीं देख के ही समझ जाते। ठीक है, तो एबिलिटी जिहड़ी हुंदी है डिफरेंस पछाणन दी। ठीक है, जो असीं डिफरेंस पछाण लैंदे आ कि भी सेंसरी इक्विटी दे नाल भी डिफरेंट स्टिमुलाई, डिफरेंट स्टिमुलस देख के डिफरेंट सेंसरी इक्विटी आना। ठीक है, उन्होंने क्या बोलते हैं, असीं उन्होंने बोलते हैं डिस्क्रिमिनेशन ऑफ बिहेवियर। क्या बोलते हैं, डिस्क्रिमिनेशन ऑफ बिहेवियर। देख के ही सेंसरी इक्विटी दे नाल डिफरेंस पछाण लेना। डिस्क्रिमिनेशन नूं याद रखूंगा किहदे नाल, डिफरेंस दे नाल। ठीक है, देखते ही असीं डिफरेंस पछाण जन्ने आ भी क्या है। ठीक है, वो क्या हो जाएगा अपना डिस्क्रिमिनेशन ऑफ बिहेवियर। उस तो अगली क्या आती है, डिस्क्रिमिनेशन लर्निंग थ्योरी। बड़े ही इंपॉर्टेंट है, जिन्हों असीं क्या आखते हैं, जिन्हों असीं एक होर नाम तो भी जानते हैं, जिहड़ा है कैरेट एंड स्टिक पॉलिसी। कैरेट एंड स्टिक पॉलिसी है ना। कैरेट एंड स्टिक एक साडी ईडीएम भी हैगी है, कैरेट एंड स्टिक पॉलिसी एक साडी ईडीएम भी हैगी है। इसका मतलब हुंदा है भी जे असीं कोई चंगा काम करिए तो कैरेट, जे गलती करिए तो स्टिक। ठीक है, जे चंगा काम करिए तो कैरेट, जे गलती करिए तो स्टिक। ठीक है, हुण इत्थे देखो डिस्क्रिमिनेशन लर्निंग थ्योरी का मतलब क्या होएगा, या कैरेट एंड स्टिक पॉलिसी। ठीक है, दोनों को एक नाम तो जाना जाता है। हुण ये क्या होगा, डिफरेंट रिवॉर्ड एंड पनिशमेंट विल प्रोवाइड डिस्क्रिमिनेशन ऑफ बिहेवियर इन द इंडिविजुअल फॉर डिफरेंट वेरियस स्टिमुलाई। हुण जिहड़े कैरेट एंड स्टिक पॉलिसी है, ज़्यादातर सानूं कित्थे देखण नूं मिलदी, जिहड़ी डॉग ट्रेनिंग हुंदी है ना, एनीमल ट्रेनिंग जिहड़ी हुंदी है, उत्थे सानूं ज़्यादा देखण नूं मिलदी है ना। क्योंकि तुसीं देखिया होएगा बई ਜਦੋਂ ਵੀ ਜਿੱਦਾਂ ਹਾਥੀ ਤੁਸੀਂ ਦੇਖਿਆ ਹੋ, ਜਦੋਂ ਹਾਥੀ ਟ੍ਰੇਨ ਕੀਤੇ ਜਾਂਦੇ ਨੇ ਸਰਕਸ 'ਚ, ਜਾਂ ਸ਼ੇਰ ਟ੍ਰੇਨ ਕੀਤੇ ਜਾਂਦੇ ਨੇ, ਹੈ ਨਾ। ਤਾਂ ਜਦੋਂ ਉਹ ਕਿਆ ਕਰਦੇ ਆ, ਜਦੋਂ ਵੀ ਉਹ ਕੋਈ ਸਿਖਾਉਂਦੇ ਹੋਏ ਕੋਈ ਇੱਕ ਉਹਨੂੰ ਬਿਹੇਵੀਅਰ ਸਿਖਾ ਰਹੇ ਹੋ, ਹੈ ਨਾ, ਵੀ ਯਾਰ ਜਿੱਦਾਂ ਇਹ ਬੋਲ ਆਈ, ਤੂੰ ਬੋਲ ਦੇ ਆਲੇ ਦੁਆਲੇ ਘੁੰਮਣਾ। ਜਦੋਂ ਨਹੀਂ ਘੁੰਮੇਗਾ ਤਾਂ ਕਿਆ ਹੋਏਗਾ, ਉਹਨੂੰ ਡੰਡਾ ਪਏਗਾ। ਤੇ ਜਦੋਂ ਘੁੰਮੇਗਾ ਤਾਂ ਉਹਨੂੰ ਐਪਰੀਸ਼ੀਏਟ ਕੀਤਾ ਜਾਏਗਾ, ਉਹਨੂੰ ਕੋਈ ਨਾ ਕੋਈ ਰਿਵਾਰਡ ਦਿੱਤਾ ਜਾਏਗਾ। ਠੀਕ ਹੈ, ਇਦਾਂ ਹੀ ਕੁੱਤੇ ਨਾਲ ਵੀ ਹੁੰਦਾ। ਕੁੱਤੇ ਦੀ ਜਦੋਂ ਟ੍ਰੇਨਿੰਗ ਹੁੰਦੀ ਹੈ, ਜਦੋਂ ਕੁੱਤੇ ਨੂੰ ਜਿਹੜਾ ਸਿਖਾਇਆ ਜਾ ਰਿਹਾ ਉਹ ਨਹੀਂ ਸਿੱਖ ਰਿਹਾ ਤਾਂ ਸਟਿਕ। ठीक है, तो जदों उन्हें डिमांडिड बिहेवियर शो किया, है ना, जो भी डिमांड कर रहे हैं असीं भी कुत्ता इदा का रिस्पॉन्स कर रहे हैं। ठीक है, तो क्या होएगा, उन्होंने एक बिस्किट दिता जाएगा, उन्होंने एप्रीशिएट किया जाएगा, है ना, पैंपर किया जाएगा उन्होंने। तो यह होंगी कैरेट एंड स्टिक पॉलिसी, इनू असीं बोलते हैं। ठीक है, तो कैरेट एंड स्टिक पॉलिसी यही इत्थे सानूं दस रही कि डिफरेंट रिवॉर्ड एंड पनिशमेंट। ठीक है, किहदे वास्ते, विल प्रोवाइड डिस्क्रिमिनेशन ऑफ बिहेवियर इन द इंडिविजुअल फॉर वेरियस स्टिमुलाई। ਹੁਣ ਜਦੋਂ ਵੀ ਜਿਹੜੇ ਬੌਂਬ ਸਕੁਐਡ ਟੀਮਸ ਹੁੰਦੀਆਂ ਨੇ, ਉਹਦੇ 'ਚ ਜਿਹੜੇ ਡੌਗਸ ਹੁੰਦੇ ਨੇ, ਉਹ ਕੀ ਕਰਦੇ ਨੇ, ਵੀ ਡੌਗਸ ਨੂੰ ਨਾ ਕੁਛ ਉਹਨਾਂ ਦੇ ਮੂੰਹ ਤੇ ਕੁਛ ਇਦਾਂ ਦੀ ਚੀਜ਼ ਲਾ ਦਿੰਦੇ ਹਨ ਵੀ ਜਿੱਦਾਂ ਹੀ ਉਹ ਮੰਨ ਲਓ ਉਹਨਾਂ ਨੇ ਚਾਰ ਕਿਆ ਰੱਖਤੇ, 4 ਪੈਕਟ ਰੱਖਤੇ। ਠੀਕ ਹੈ, ਤੇ ਉਹਦੇ 'ਚ ਹੀ ਉਹਨੂੰ ਕਿਆ ਦੇਖਣਾ ਵੀ ਬੌਂਬ ਕਿਹਦੇ 'ਚ ਹੈ। ਉਹਨਾਂ ਨੇ ਬੌਂਬ ਦੇ ਰਿਲੇਟਡ ਜਿਹੜਾ ਮਟੀਰੀਅਲ ਹੈ, ਮੰਨ ਲਓ ਉਹਨਾਂ ਨੇ 3rd ਵਾਲੇ 'ਚ ਹੀ ਰੱਖਤਾ। ਠੀਕ ਹੈ, ਬਾਕੀਆਂ 'ਚ ਉਹਨਾਂ ਨੇ ਕਿਆ ਕੀਤਾ, ਕੁਛ ਅਲੱਗ ਮਟੀਰੀਅਲ ਰੱਖਿਆ ਜਿਹੜਾ ਨਹੀਂ ਹੈ। ठीक है, तो क्या होएगा, जदों वो इहदे कोल जाएगा, इहनूं सुंघण की कोशिश करेगा, इहदे मूहरे मूँह लाएगा तो उन्होंने करंट लगेगा, उन्होंने कुछ थोड़ा बहुत करंट लगता है एकदम तो। ठीक है, इत्थे जाएगा फिर उन्होंने करंट लगेगा। बट जदों वो बॉम्ब वाले जिहड़ा मटीरियल जिथे रखा गया उहदे 'च जाएगा तो उन्होंने करंट नहीं लगेगा, तो अगले जाएगा करंट लगेगा। तो वो जिहड़ा होएगा इस स्मैल नूं पछाण लेगा कि यार जिहड़ी ये स्मैल है ना, इहदे 'च जाके मैनूं करंट नहीं लगता, है ना। अगली बार जदों क्या रखे जाणगे, उहदे मेन सेम इदां दा मटीरियल रखे जाएगा, तो वह उस मटीरियल वाल बढ़ेगा अगे जाके, जिहदे क्या है, रिवॉर्ड मिलेगा, है ना। जिहदे क्या है, बॉम्ब वाला मटीरियल मान लो इहदे ही है,
ਤਾਂ ਉਹ ਚਾਰੋਂ ਤਰਫ ਜਾਏਗਾ ਤੇ ਦੇਖੇਗਾ ਯਾਰ ਮੈਨੂੰ ਕਰੰਟ ਨਾ ਵੱਜੇ ਕਿਤੇ, ਤੇ ਉਹਨੂੰ ਪਤਾ ਵੀ ਯਾਰ ਜਿਹੜੀ ਜਦੋਂ ਇਦਾਂ ਦੀ ਸਮੈਲ ਆਉਂਦੀ ਹੈ ਨਾ ਉਦੋਂ ਕਰੰਟ ਨਹੀਂ ਵੱਜਦਾ, ਤਾਂ ਉਹ ਇਸੇ ਸਮੈਲ ਕੋਲ ਜਾਏਗਾ ਤੇ ਇਹਨੂੰ ਕਿਆ ਕਹੇਗਾ ਵੀ ਇਹੀ ਹੈ ਨਾ। ਤਾਂ ਜਦੋਂ ਉਹ ਡਾਇਰੈਕਟ ਇਹਦੇ ਕੋਲ ਚੱਲ ਜਾਏਗਾ, ਜਾ ਕੇ ਜਿਹੜਾ ਵੀ ਮਟੀਰੀਅਲ ਹੈ ਬੰਬ ਵਾਲਾ ਉਹਦੇ ਕੋਲ ਚੱਲ ਜਾਏਗਾ, ਤਾਂ ਕਿਆ ਹੋਏਗਾ ਇਹਦੇ ਨਾਲ ਕਿਆ ਹੋਏਗਾ, ਉਹਨੂੰ ਰਿਵਾਰਡ ਮਿਲੇਗਾ ਹੈ ਨਾ। ਤੇ ਬਾਕੀਆਂ 'ਚ ਕਿਆ ਮਿਲ ਰਹੀ ਸੀਗੀ ਉਹਨੂੰ, ਪਨਿਸ਼ਮੈਂਟ। ਕਰੰਟ ਜਿਹੜਾ ਵੱਜ ਰਿਹਾ ਸੀਗਾ ਉਹ ਪਨਿਸ਼ਮੈਂਟ ਹੈ ਨਾ। ਤਾਂ ਜਦੋਂ ਗਲਤੀ ਹੈ ਉਦੋਂ ਪਨਿਸ਼ਮੈਂਟ, ਤੇ ਜਦੋਂ ਕੰਮ ਸਹੀ ਹੈ ਫੇਵਰੇਬਲ ਹੈ ਤਾਂ ਕਿਆ ਹੋ ਜਾਏਗਾ, ਫਿਰ ਰਿਵਾਰਡ ਮਿਲੇਗਾ। ਇਹਨੂੰ ਅਸੀਂ ਕਿਆ ਬੋਲਦੇ ਹਾਂ, ਕੈਰਟ ਐਂਡ ਸਟਿਕ ਪॉलिसी। ਤੇ ਇਹਨੂੰ ਦੂਸਰੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ, ਕਿਆ, डिस्क्रिमिनेशन लर्निंग थ्योरी। डिस्क्रिमिनेशन लर्निंग थ्योरी मतलब डिस्क्रिमिनेट कर पा रहा है ना, डिस्क्रिमिनेट कर पा रहा है, ठीक है। ਉਹਦੇ ਤੇ बेस्ड है, डिस्क्रिमिनेशन ऑफ बिहेवियर ਤੇ बेस्ड है डिस्क्रिमिनेशन लर्निंग थ्योरी, ठीक है। मतलब बिहेवियर ਸਾਡੇ ਤਿੰਨ ਹੀ ਹੁੰਦੇ ਆ, ਠੀਕ ਹੈ। ਕਿਹੜੇ ਕਿਹੜੇ? ਫਸਟ ਜਿਹੜਾ ਸੀਗਾ ਸਾਡਾ ਕੰਡੀਸ਼ਨਡ ਲਰਨਿੰਗ, ਠੀਕ ਹੈ। ਕੰਡੀਸ਼ਨਡ ਲਰਨਿੰਗ ਸੀਗੀ, ਜਨਰਲਾਈਜੇਸ਼ਨ ਆਫ ਬਿਹੇਵੀਅਰ ਸੀਗਾ, ਤੇ ਉਸ ਤੋਂ ਬਾਅਦ ਸਾਡਾ ਸੀਗਾ ਡਿਸਕ੍ਰਿਮੀਨੇਸ਼ਨ ਬਿਹੇਵੀਅਰ। ਤਿੰਨ ਬਿਹੇਵੀਅਰ ਨੇ, इस बिहेवियर ਤੇ ਹੀ बेस्ड ਇਹ ਥਿਊਰੀ ਹੈ, क्या डिस्क्रिमिनेशन ऑफ लर्निंग थ्योरी। कई बार एग्जाम 'ਚ ਪੁੱਛਿਆ ਜਾਂਦਾ ਹੈ ਵੀ डिस्क्रिमिनेशन ऑफ लर्निंग थ्योरी, डिस्क्रिमिनेशन लर्निंग थ्योरी ਨੂੰ ਕਿਹੜੇ ਦੂਸਰੇ ਨਾਮ ਤੋਂ ਜਾਣਿਆ ਜਾਂਦਾ ਹੈ ਨਾ। डिस्क्रिमिनेशन लर्निंग थ्योरी ਨੂੰ ਸਮਝ ਲਓ, ਜਿਹੜਾ ਐਗਜ਼ਾਮਪਲ ਸੀਗਾ ਕੁੱਤੇ ਵਾਲਾ, ਠੀਕ ਹੈ। ਇਹ ਕੀ ਸੀਗੀ, ਕੈਰਟ ਐਂਡ ਸਟਿਕ ਪॉलिसी ਹੈ ਨਾ। ਜਿਹੜਾ ਐਗਜ਼ਾਮਪਲ ਸੀ डिस्क्रिमिनेशन लर्निंग थ्योरी, डिस्क्रिमिनेट ਕਰ ਪਾਣਾ ਹੈ ਨਾ। ਤਾਂ ਇਹ ਜਿਹੜਾ ਐਗਜ਼ਾਮਪਲ ਸੀਗਾ ਕਰੰਟ ਵੱਜਦਾ ਹੈ ਨਾ, ਇਹਦਾ ਤੁਸੀਂ ਕਿਆ ਸਿੱਖ ਜਾਓਗੇ ਬਈ ਇਹ ਕਿਆ ਸੀਗੀ, ਕੈਰਟ ਐਂਡ ਸਟਿਕ ਪॉलिसी ਸੀਗੀ। ਤਾਂ डिस्क्रिमिनेशन लर्निंग थ्योरी ਨੂੰ ਦੂਸਰੇ ਕਿਹੜੇ ਨਾਮ ਤੋਂ ਜਾਣਿਆ ਜਾਂਦਾ ਹੈ, ਕੈਰਟ ਐਂਡ ਸਟਿਕ ਪॉलिसी। ਕਲੀਅਰ ਹੈ ਜਿੰਨੀ ਗੱਲ। ਉਸ ਤੋਂ ਬਾਅਦ ਕੀ ਆਉਂਦਾ, ਐਕਸਟਿੰਕਸ਼ਨ ਆਫ ਬਿਹੇਵੀਅਰ। ਜਿਹੜਾ ਐਕਸਟਿੰਕਸ਼ਨ ਆਫ ਬਿਹੇਵੀਅਰ ਹੈ ਉਹ ਸਾਨੂੰ ਦੇਖਣ ਨੂੰ ਮਿਲਦਾ ਹੈ, ਯਾਨੀ ਕਿ ਐਕਸਟਿੰਕਟ ਹੋਏਗਾ ਬਿਹੇਵੀਅਰ, ਹੌਲੀ ਹੌਲੀ ਖਤਮ ਹੋਏਗਾ। ਇਫ ਕੰਡੀਸ਼ਨਡ ਬਿਹੇਵੀਅਰ ਇਜ਼ ਨਾਟ ਪ੍ਰੋਡਿਊਸ ਫॉर ਲੌਂਗ ਟਾਈਮ ਇਟ ਮੇ ਰਿਜ਼ਲਟ ਇਨਟੂ ਐਕਸਟਿੰਕਸ਼ਨ ਆਫ ਬਿਹੇਵੀਅਰ। ਇਹ ਹੁੰਦਾ ਹੀ ਹੈ ਨਾ ਸਾਡੇ ਨਾਲ, ਹੈ ਨਾ। ਜਿੱਦਾਂ ਮੰਨ ਲਓ ਤੁਸੀਂ ਪਿਛਲੇ 1 ਸਾਲ ਤੋਂ ਤੁਸੀਂ ਲਿਖਿਆ ਨਹੀਂ, ਕੁਝ ਵੀ ਲਿਖਿਆ ਨਹੀਂ, ਰਾਈਟਿੰਗ ਵਰਕ ਨਹੀਂ ਕਰਿਆ ਤੁਸੀਂ, ਹੈ ਨਾ। ਤੇ 1 ਸਾਲ ਤੋਂ ਬਾਅਦ ਜਦੋਂ ਤੁਹਾਡੇ ਹੱਥ 'ਚ ਪੈਨ ਆਏਗਾ, ਹੈ ਨਾ, ਤਾਂ ਤੁਸੀਂ ਕੀ ਕਰੋਗੇ, ਤੁਸੀਂ ਲਿਖਣ ਦੀ ਜਿਹੜੀ ਤੁਹਾਡੀ ਪ੍ਰੈਕਟਿਸ ਹੈ ਉਹ ਘੱਟ ਹੋ ਚੁੱਕੀ ਹੋਏਗੀ। ਇਹਦੇ ਨਾਲ ਕੀ ਫਰਕ ਪਏਗਾ ਵੀ ਅਸੀਂ ਇੱਕ ਤਾਂ ਜਿੱਦਾਂ ਅਸੀਂ ਪਹਿਲਾਂ ਨੀਟ ਐਂਡ ਕਲੀਨ ਲਿਖਦੇ ਸੀਗੇ ਉੱਦਾਂ ਅਸੀਂ ਨਹੀਂ ਲਿਖ ਸਕਾਂਗੇ, ਥੋੜਾ ਟਾਈਮ ਲੱਗੇਗਾ, ਹੈ ਨਾ। ਦੂਜਾ ਕੀ ਹੋਏਗਾ, ਸਾਡੀ ਜਿਹੜੀ ਸਪੀਡ ਹੋਏਗੀ ਉਹ ਸਲੋ ਹੋਏਗੀ। ਤੀਜਾ ਕੀ ਹੋਏਗਾ, ਸਾਡੇ ਹੱਥ ਬਹੁਤ ਛੇਤੀ ਥੱਕ ਜਾਣਗੇ, है ना। तो यही क्या है, एक्सटिंक्शन ऑफ बिहेवियर। मतलब जब कोई भी प्रोसैस या कोई भी काम या कोई भी बिहेवियर है ना, जिहड़ा लंबे समय तक ना किया जाए, लंबे समय तक ना किया जाए, उस बिहेवियर नूं असीं क्या बोलते हैं, एक्सटिंक्शन ऑफ बिहेवियर, ठीक है। हुण जिद्दां कोई भी असीं गड्डी चला रहे हैं, है ना, या असीं बचपन 'ਚ साइकिल चलाउंदे सीगे, है ना। ਸਾਈਕਲ ਜਦੋਂ ਚਲਾਉਂਦੇ ਸੀਗੇ ਤਾਂ ਸਾਨੂੰ ਇੰਨਾ ਐਕਸਪੀਰੀਅੰਸ ਸੀਗਾ ਵੀ ਅਸੀਂ ਹੱਥ ਛੱਡ ਕੇ ਵੀ ਸਾਈਕਲ ਉਸ ਟਾਈਮ ਰਾਈਡ ਕਰ ਲੈਂਦੇ ਸੀਗੇ, ਹੈ ਨਾ। ਬਟ ਜੇ ਅਸੀਂ ਉਹੀ ਸਾਈਕਲ 10 ਸਾਲ ਤੱਕ ਨਾ ਚਲਾਈਏ, ਉਸ ਤੋਂ ਬਾਅਦ ਅਸੀਂ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਸੇ ਸਾਈਕਲ ਨੂੰ ਅਸੀਂ ਚਲਾਉਣ ਦੀ ਕੋਸ਼ਿਸ਼ ਕਰਦੇ 10 ਸਾਲ ਤੋਂ ਬਾਅਦ, ਤਾਂ ਕੀ ਹੋਏਗਾ, ਅਸੀਂ ਚਲਾ ਤਾਂ ਲਵਾਂਗੇ ਬਟ ਉਨੀ ਪਰਫੈਕਸ਼ਨ ਨਾਲ ਨਹੀਂ ਚਲਾ ਸਕਦੇ, ਹੈ ਨਾ। ਸਾਨੂੰ ਚਲਾਉਣ 'ਚ ਉਹਨੂੰ ਕੀ ਆਏਗੀ, ਦਿੱਕਤ ਆਏਗੀ, ਠੀਕ ਹੈ। ਤਾਂ ਉਹ ਕੀ ਹੋ ਜਾਏਗੀ, ਉਹਨੂੰ ਕਹਿੰਦੇ ਹਾਂ ਅਸੀਂ ਐਕਸਟੈਂਸ਼ਨ ਆਫ ਲਰਨਿੰਗ। क्या होएगी, एक्सटिंक्शन ऑफ बिहेवियर। मतलब क्या होएगा, हौली 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 वो चीज़ां एक्सटिंक्ट होंगी जाएंगी, है ना। ये लिए एक इडियम बनी है कि प्रैक्टिस मेक्स मैन परफेक्ट, कि जितनी ज़्यादा प्रैक्टिस करूँगे उतनी ज़्यादा परफेक्ट होंगे, प्रैक्टिस नहीं करूँगे तो कुछ नहीं होएगा, ठीक है। तो वही क्या है, एक्सटिंक्शन ऑफ बिहेवियर है। जे असी किसी भी अपने बिहेवियर नूं, कंडीशन बिहेवियर नूं लॉन्ग टर्म ਲਈ प्रोड्यूस नहीं करते या प्रैक्टिस नहीं करते, तो वो क्या बन जाता साडा, एक्सटिंक्शन ऑफ बिहेवियर बन जाता, एक्सटिंक्ट हो जाता वो बिहेवियर साडा, है ना। उस तो बाद क्या है, रीकंडीशनिंग ऑफ एक्सटिंक्ट बिहेवियर। हुण जिद्दां असीं साइकिल चलाउणी भुੱਲੇ ਤਾਂ नहीं से, कंप्लीटली नहीं भुੱਲੇ ਸੀਗੇ ਅਸੀਂ, बट हाँ कुछ तो फर्क पिया सीगा, है ना। असीं उदां ही हथ छड्ड के दोबारा साइकिल नहीं चला पा रहे। जे असीं नहीं चला सकांगे उदां ही हथ छड्ड के, है ना, तो उहदे लई जे सानूं फिर उसे स्टेट 'ਚ जाना, असीं क्या करांगे, ਅਸੀਂ 3-4 ਦਿਨ ਸਾਈਕਲ ਚਲਾਵਾਂਗੇ ਤੇ ਅਸੀਂ ਸਿੱਖ ਜਾਾਂਗੇ ਵੀ ਕਿੱਦਾਂ ਦੁਬਾਰਾ ਹੱਥ ਛੱਡ ਕੇ ਸਾਈਕਲ ਚਲਾਉਣੀ ਹੈ ਨਾ। ਬਟ ਹਾਂ ਐਦਾਂ ਨਹੀਂ ਹੈ ਵੀ ਸਾਨੂੰ ਪਹਿਲਾਂ ਜਿੰਨਾ ਟਾਈਮ ਲੱਗਿਆ ਸੀਗਾ ਉਨਾ ਟਾਈਮ ਸਾਨੂੰ ਦੁਬਾਰਾ ਲੱਗੇਗਾ। ਪਹਿਲਾਂ ਸਾਨੂੰ ਸਿੱਖਣ ਨੂੰ ਮਹੀਨੇ 2 ਮਹੀਨੇ 3 ਮਹੀਨੇ ਲੱਗ ਗਏ ਸੀਗੇ, ਹੈ ਨਾ। ਬਟ ਹੁਣ ਸਾਨੂੰ 2-3 ਮਹੀਨੇ ਪ੍ਰੈਕਟਿਸ ਨਹੀਂ ਕਰਕੇ ਸਾਨੂੰ ਕੀ ਕਰਨਾ ਪਏਗਾ, ਸਾਨੂੰ 3 ਜਾਂ 4 ਦਿਨ ਪ੍ਰੈਕਟਿਸ ਕਰਨੀ ਪਏਗੀ, ਹੈ ਨਾ। ਤੇ ਅਸੀਂ ਦੁਬਾਰਾ ਫਿਰ ਉਸੇ ਸਟੇਟ 'ਚ ਆ ਜਾਾਂਗੇ। ਜੇ ਅਸੀਂ 1 ਸਾਲ ਤੋਂ ਲਿਖ ਨਹੀਂ ਰਹੇ ਹਾਂ
ਜੇ ਅਸੀਂ ਲਿਖਣਾ ਛੱਡਤਾ ਹੋਇਆ ਹੈ ਨਾ, ਤੇ ਅਸੀਂ 1 ਸਾਲ ਤੋਂ ਜਿਹੜਾ ਸਾਨੂੰ ਬਚਪਨ 'ਚ ਸਾਡਾ ਰਾਈਟਿੰਗ ਜਿਹੜਾ ਪ੍ਰੈਕਟਿਸ ਸੀਗੀ, ਠੀਕ ਹੈ, ਉਹਦੇ ਲਈ ਸਾਨੂੰ 2-3 ਸਾਲ ਲੱਗੇ ਸੀਗੇ, 2-3 ਸਾਲ 4 ਸਾਲ 5 ਸਾਲ ਸਾਨੂੰ ਲੱਗ ਜਾਂਦੇ ਨਾਰਮਲੀ ਇੱਕ ਵਧੀਆ ਤਰੀਕੇ ਨਾਲ ਲਿਖਣ ਲਈ, ਠੀਕ ਹੈ। ਸਾਨੂੰ ਹੁਣ ਉਨਾ ਟਾਈਮ ਨਹੀਂ ਲੱਗੇਗਾ, ਅਸੀਂ ਹਫਤਾ 2 ਹਫਤੇ 'ਚ ਫਿਰ ਉਸੇ ਕੰਡੀਸ਼ਨ 'ਚ ਦੁਬਾਰਾ ਆ ਜਾਵਾਂਗੇ, ਠੀਕ ਹੈ। ਤਾਂ ਜਿਹੜੀ ਰੀਕੰਡੀਸ਼ਨਿੰਗ ਹੈ ਇਹਨੂੰ ਵੀ ਕਿਹਾ ਜਾਂਦਾ, ਜਿਹੜਾ ਸਾਡਾ ਬਿਹੇਵੀਅਰ ਐਕਸਟਿੰਕਟ ਹੋ ਗਿਆ ਉਹਨੂੰ ਦੁਬਾਰਾ ਕੰਡੀਸ਼ਨਿੰਗ 'ਚ ਹੀ ਲੈ ਕੇ ਆਉਣਾ, ਉਹਨੂੰ ਅਸੀਂ ਕੀ ਆਖਦੇ ਹਾਂ, ਉਹਨੂੰ ਆਖਦੇ ਹਾਂ ਰੀਕੰਡੀਸ਼ਨਿੰਗ ਆਫ ਐਕਸਟਿੰਕਟ ਬਿਹੇਵੀਅਰ, ਹੈ ਨਾ। ਜਿਹੜਾ ਰੀਕੰਡੀਸ਼ਨਿੰਗ ਆਫ ਐਕਸਟਿੰਕਟ ਬਿਹੇਵੀਅਰ ਹੁੰਦਾ ਹੈ ਇਹ ਲੈਸ ਟਾਈਮ, ਇਟ ਵਿਲ ਟੇਕ ਲੈਸ ਟਾਈਮ ਲੈਂਦਾ ਹੈ ਨਾ, ਐਂਡ ਐਫਰਟਸ, ਉਨੇ ਜ਼ਿਆਦਾ ਐਫਰਟਸ ਵੀ ਨਹੀਂ ਲਾਉਣੇ ਪੈਂਦੇ ਸਾਨੂੰ, ਹੈ ਨਾ, ਕਾਹਦੇ ਵਾਸਤੇ, ਉਸ ਕੰਡੀਸ਼ਨਿੰਗ ਪ੍ਰੋਸੈਸ ਵਾਸਤੇ। ਆਈ ਗੱਲ ਸਮਝ। ਤਾਂ ਰੀਕੰਡੀਸ਼ਨਿੰਗ ਦਾ ਮਤਲਬ ਕੀ ਹੋਇਆ ਵੀ ਉਸੇ ਸਟੇਜ 'ਚ ਜਾਣਾ ਜਿਹੜਾ ਅਸੀਂ ਆਲਰੇਡੀ ਸਿੱਖ ਚੁੱਕੇ ਹਾਂ, ਫਿਰ ਉਹ ਚਲਾ ਗਿਆ ਸੀਗਾ ਗੈਪ ਦੇ ਕਾਰਨ, ਬਟ ਫਿਰ ਅਸੀਂ ਉਸੇ ਫਾਰਮ 'ਚ ਹੀ ਆਉਣਾ, ਹੈ ਨਾ। ਜਿੱਦਾਂ ਮੰਨ ਲਓ ਤੁਹਾਡੀ ਸਿਲੈਕਸ਼ਨ ਹੋਈ, ਹੈ ਨਾ, ਤੁਸੀਂ ਇੱਕ ਐਜ਼ ਅ ਮਾਸਟਰ ਕੈਡਰ ਤੁਸੀਂ ਕੋਈ ਸਕੂਲ ਜੁਆਇਨ ਕਰ ਲਿਆ, ਸਕੂਲ ਜੁਆਇਨ ਕਰਨ ਤੋਂ ਬਾਅਦ ਤੁਸੀਂ ਪੜ੍ਹਨਾ ਛੱਡਤਾ, ਕਿਤਾਬਾਂ ਨਾਲ ਤੁਹਾਡਾ ਲਿੰਕ ਨਹੀਂ ਹੈ। ਉਸ ਤੋਂ ਪਹਿਲਾਂ ਤੁਸੀਂ 10-10 12-12 ਘੰਟੇ ਪੜ੍ਹਦੇ ਸੀਗੇ, ਬਟ ਤੁਸੀਂ 3-4 ਸਾਲ ਤੁਸੀਂ ਨਹੀਂ ਪੜ੍ਹੇ, 5 ਸਾਲ ਤੁਸੀਂ ਨਹੀਂ ਪੜ੍ਹੇ, ਉਹ ਕੀ ਹੋ ਗਿਆ, ਐਕਸਟਿੰਕਸ਼ਨ ਆਫ ਬਿਹੇਵੀਅਰ ਹੋ ਗਿਆ। ਹੁਣ ਤੁਸੀਂ ਉਸ ਤੋਂ ਬਾਅਦ ਜੇ ਪੜ੍ਹਨ ਬੈਠੋਗੇ ਤਾਂ ਤੁਹਾਨੂੰ ਫਰਕ ਦਿਖਾਈ ਦੇਗਾ, ਤੁਸੀਂ ਨਹੀਂ ਬੈਠ ਸਕਦੇ 1 ਘੰਟਾ ਮਸਾ 2 ਘੰਟੇ, ਹੈ ਨਾ, ਇੰਨੇ ਕੀ ਘੰਟੇ ਅਸੀਂ ਪੜ੍ਹ ਸਕਦੇ ਹਾਂ। ਹੁਣ ਦੁਬਾਰਾ ਜਿਹੜਾ ਸਾਡੀ ਸਟੇਜ ਆਈ ਹੈ, ਜਦੋਂ ਅਸੀਂ ਪੜ੍ਹਨ ਬੈਠੇ ਹਾਂ ਤੇ ਅਸੀਂ ਦੇਖ ਰਹੇ ਹਾਂ ਕਿ ਯਾਰ ਇਹ ਤਾਂ ਐਕਸਟਿੰਕਸ਼ਨ ਆਫ ਬਿਹੇਵੀਅਰ ਹੈ, ਮੈਂ 10-12 ਘੰਟੇ ਹੁਣ ਨਹੀਂ ਪੜ੍ਹ ਪਾ ਰਿਹਾ, ਹੈ ਨਾ। ਤਾਂ ਕੀ ਹੋਏਗਾ, ਜਿਹੜਾ ਨਹੀਂ ਹੁਣ ਮੈਂ ਪੜ੍ਹ ਪਾ ਰਿਹਾ ਉਹ ਕਿਆ ਐਕਸਟਿੰਕਸ਼ਨ ਆਫ ਬਿਹੇਵੀਅਰ ਹੈ, ਬਟ ਜੇ ਮੈਂ ਦੁਬਾਰਾ ਪ੍ਰੈਕਟਿਸ ਕਰਦਾ ਤਾਂ ਮੈਨੂੰ ਉਸ ਬੈਕ ਫਾਰਮ 'ਚ ਆਉਣ ਲਈ, ਜਿਹੜੀ ਸਾਡੀ ਪਿਛਲੀ ਫਾਰਮ ਸੀਗੀ ਉਹਦੇ 'ਚ ਆਉਣ ਲਈ ਜ਼ਿਆਦਾ ਸਮਾਂ ਨਹੀਂ ਲੱਗੇਗਾ, ਜ਼ਿਆਦਾ ਸਮਾਂ ਨਹੀਂ ਲੱਗਣਾ ਉੱਤੇ, ਠੀਕ ਹੈ। ਤਾਂ ਕੀ ਹੋਏਗਾ, ਜਿਹੜਾ ਅਸੀਂ ਦੁਬਾਰਾ ਫਿਰ ਤੋਂ 10-10 12-12 ਘੰਟੇ ਬੈਠਣਾ ਸਿੱਖ ਜਾਵਾਂਗੇ, ਉਹਨੂੰ ਕੀ ਕਹਾਂਗੇ ਅਸੀਂ, ਰੀਕੰਡੀਸ਼ਨਿੰਗ ਆਫ ਐਕਸਟਿੰਕਟ ਬਿਹੇਵੀਅਰ। ਐਕਸਟਿੰਕਟ ਕਿਆ ਸੀਗਾ, ਬਿਹੇਵੀਅਰ, ਕਿਹੜਾ ਬਿਹੇਵੀਅਰ ਐਕਸਟਿੰਕਟ ਹੋਇਆ ਸੀਗਾ, ਅਸੀਂ ਬੈਠਣਾ ਭੁੱਲ ਗਏ, ਸਾਡੀ ਸਿਟਿੰਗ ਹੁਣ ਉਨੀ ਕੀ ਹੈ ਨਹੀਂ, ਹੈ ਨਾ। ਜਦੋਂ ਅਸੀਂ ਦੁਬਾਰਾ ਸਿੱਖ ਜਾਂਦੇ ਹਾਂ ਤਾਂ ਉਹਨੂੰ ਕੀ ਕਹਿੰਦੇ ਅਸੀਂ, ਉਹਨੂੰ ਆਖਦੇ ਅਸੀਂ ਰੀਕੰਡੀਸ਼ਨਿੰਗ ਆਫ ਐਕਸਟਿੰਕਟ ਬਿਹੇਵੀਅਰ। ਕਲੀਅਰ ਹੈ ਜੀ ਇੰਨੀ ਗੱਲ। ਹੁਣ ਜੇ ਇਹਦੇ ਰਿਲੇਟਡ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਦੇ ਆ, ਕੁਐਸਚਨ ਕਿਆ ਨੇ, ਹੈ ਨਾ। ਸਭ ਤੋਂ ਪਹਿਲਾਂ ਪੈਵਲੋਵ, ਠੀਕ ਹੈ, ਪੈਵਲੋਵ ਨੂੰ ਜਿਹੜਾ ਸਾਡਾ ਨੋਬਲ ਪ੍ਰਾਈਜ਼ ਹੈ ਉਹ ਕਿਹੜੇ ਸੰਨ 'ਚ ਮਿਲਿਆ, ਇੱਕ ਕੁਐਸਚਨ ਇਹ ਹੋ ਸਕਦਾ। ਦੂਸਰਾ ਕੁਐਸਚਨ ਕੀ ਹੋ ਸਕਦਾ ਹੈ ਵੀ ਕਿਹੜੀ ਫੀਲਡ 'ਚ ਮਿਲਿਆ। ਤਾਂ ਪੈਵਲੋਵ ਨੂੰ ਜਿਹੜਾ ਨੋਬਲ ਪ੍ਰਾਈਜ਼ ਹੈ ਉਹ 1904 'ਚ, ਹੈ ਨਾ, 1904 'ਚ ਮਿਲਿਆ ਨੋਬਲ ਪ੍ਰਾਈਜ਼। ਤੇ ਕਾਹਦੇ ਲਈ ਮਿਲਿਆ ਸੀਗਾ, ਮੈਡੀਸਨ ਲਈ ਜਾਂ ਫਿਜ਼ੀਓਲੋਜੀ ਵੀ ਨੂੰ ਅਸੀਂ ਬੋਲ ਸਕਦੇ, ਠੀਕ ਹੈ, ਫਿਜ਼ੀਓਲੋਜੀ 'ਚ ਮਿਲਿਆ, ਠੀਕ ਹੈ, ਮੈਡੀਸਨ ਜਾਂ ਫਿਰ ਫਿਜ਼ੀਓਲੋਜੀ 'ਚ ਮਿਲਿਆ। ਕਿੱਥੋਂ ਦੇ ਸੀਗੇ, USSR ਯਾਨੀ ਕਿ ਰਸ਼ੀਆ ਦੇ ਸੀਗੇ, ਰਸ਼ੀਅਨ ਸਾਈਕੋਲੋਜਿਸਟ ਸੀਗੇ, ਠੀਕ ਹੈ, ਰਸ਼ੀਅਨ ਫਿਜ਼ੀਓਲੋਜਿਸਟ ਸੀਗੇ। ਤੇ ਇਹਨਾਂ ਨੇ ਕਿਆ ਥਿਊਰੀ ਦਿੱਤੀ ਸੀਗੀ, ਪੈਵਲੋਵ ਦੇ ਥਿਊਰੀ ਕਿਹੜੀ ਦਿੱਤੀ ਸੀਗੀ, ਕਲਾਸੀਕਲ ਕੰਡੀਸ਼ਨਿੰਗ ਦੀ ਥਿਊਰੀ ਦਿੱਤੀ ਸੀਗੀ, ਜਿਹਦੇ 'ਚ ਉਹਨਾਂ ਨੇ ਕਿਹੜਾ ਐਕਸਪੈਰੀਮੈਂਟ ਕੀਤਾ ਸੀਗਾ, ਡੌਗ ਐਕਸਪੈਰੀਮੈਂਟ ਕੀਤਾ ਸੀਗਾ। ਡੌਗ ਐਕਸਪੈਰੀਮੈਂਟ 'ਚ ਸਾਨੂੰ ਕਿਆ ਦੇਖਣ ਨੂੰ ਮਿਲਦਾ ਹੈ, ਨੈਚੁਰਲ ਸਟਿਮੂਲਸ ਯਾਨੀ ਕਿ ਅਨਕੰਡੀਸ਼ਨ ਸਟਿਮੂਲਸ ਤੇ ਅਨਕੰਡੀਸ਼ਨ ਰਿਸਪੌਂਸ। UCS ਦਾ ਮਤਲਬ ਕਿਆ ਹੈ, ਅਨਕੰਡੀਸ਼ਨ ਸਟਿਮੂਲਸ, UCR ਦਾ ਮਤਲਬ ਕਿਆ ਹੈ, ਅਨਕੰਡੀਸ਼ਨ ਰਿਸਪੌਂਸ, ਠੀਕ ਹੈ। ਤੇ ਨਿਊਟਰਲ ਸਟਿਮੂਲਸ ਕਿਹਨੂੰ ਬੋਲਦੇ ਅਸੀਂ, ਜਿਹਦੇ ਨਾਲ ਸਾਨੂੰ ਕੋਈ ਵੀ ਕਿਆ ਨਾ ਦੇਖਣ ਨੂੰ ਮਿਲੇ, ਕੋਈ ਵੀ ਇਨਕਰੀਜ਼ ਜਾਂ ਡਿਕਰੀਜ਼ ਨਾ ਦੇਖਣ ਨੂੰ ਮਿਲੇ, ਸਾਨੂੰ ਕੋਈ ਬਿਹੇਵੀਅਰ ਸੀ ਜਾਂ ਫਿਰ ਜਿਹਨੂੰ ਬੋਲ ਸਕਦੇ ਕੋਈ ਵੀ ਚੇਂਜ ਨਹੀਂ ਦੇਖਣ ਨੂੰ ਮਿਲ ਰਿਹਾ, ਠੀਕ ਹੈ। ਇਹਦੇ ਨਾਲ ਕੀ ਆਏਗਾ, ਨੋ ਕੰਡੀਸ਼ਨ ਰਿਸਪੌਂਸ ਆਏਗਾ, ਠੀਕ ਹੈ। ਉਸ ਤੋਂ ਬਾਅਦ ਕੰਡੀਸ਼ਨਿੰਗ ਕੀਤੀ ਸੀਗੀ ਕਦੋਂ, ਜਦੋਂ ਬੈਲ ਤੇ ਫੂਡ ਦੀ ਕੰਡੀਸ਼ਨਿੰਗ ਕੀਤੀ ਸੀਗੀ ਤਾਂ ਕੀ ਆਇਆ ਸੀਗਾ, ਅਨਕੰਡੀਸ਼ਨਡ ਰਿਸਪੌਂਸ ਆਇਆ ਸੀਗਾ। ਉਸ ਤੋਂ ਬਾਅਦ ਜਿਹੜੇ ਕੰਡੀਸ਼ਨ ਸਟਿਮੂਲਸ ਸੀਗਾ ਉਹਦੇ ਨਾਲ ਕੀ ਆਇਆ ਸੀਗਾ, ਕੰਡੀਸ਼ਨਲ ਰਿਸਪੌਂਸ ਆਇਆ ਸੀਗਾ, ਠੀਕ ਹੈ। ਫਿਰ ਕਿਆ ਨੇ, ਲਰਨਿੰਗ ਫਿਨੋਮੇਨਾ ਕਿਆ ਨੇ, ਠੀਕ ਹੈ। ਉਹਦੇ 'ਚ ਕਿਆ, ਕੰਡੀਸ਼ਨ ਲਰਨਿੰਗ ਦਾ ਮਤਲਬ ਕਿਆ, ਜਿੱਦਾਂ ਦਾ এনवायरमेंट ਉਦਾਂ ਦੀ ਲਰਨਿੰਗ, ਉਹ ਕੰਡੀਸ਼ਨ ਲਰਨਿੰਗ ਹੈ। ਜਰਨਲਾਈਜੇਸ਼ਨ ਆਫ ਬਿਹੇਵੀਅਰ ਦਾ ਮਤਲਬ ਕਿਆ ਹੈ, ਵਿਦ ਪ੍ਰੈਕਟਿਸ, ਹੈ ਨਾ, ਵਿਦ ਮਲਟੀਪਲ ਰਿਸਪੌਂਸਸ, ਮਲਟੀਪਲ ਫੇਵਰੇਬਲ ਰਿਸਪੌਂਸਸ। ਜਿਹੜਾ ਕੰਡੀਸ਼ਨਡ ਰਿਸਪੌਂਸ ਆਏਗਾ, ਹੈ ਨਾ, ਸਟਿਮੂਲਸ ਨੂੰ ਲੈ ਕੇ, ਉਹ क्या होएगा अपना जर्नलाइजेशन ऑफ बिहेवियर। मतलब करत अभ्यास के जड़ मत हो सुजान, वही मतलब प्रैक्टिस मेक्स मैन परफेक्ट, ठीक है। उस तो नेक्स्ट क्या आएगा, डिस्क्रिमिनेशन ऑफ बिहेवियर। डिस्क्रिमिनेशन मतलब देख के ही ਅਸੀਂ सेंसरी एक्टिविटी ਦੇ ਨਾਲ ਹੀ ਅਸੀਂ ਪਛਾਣ ਲਾਂਗੇ ਵੀ ਕਿਦਾਂ ਦਾ ਸਟਿਮੂਲਸ ਹੈ, ਠੀਕ ਹੈ। ਇਹ ਸਟਿਮੂਲਸ ਮੇਰਾ ਖਾਣ ਵਾਲਾ ਹੈ, ਇਹ ਸਟਿਮੂਲਸ ਮੇਰਾ ਪਾਉਣ ਵਾਲਾ ਹੈ, ਇਹ ਸਟਿਮੂਲਸ ਮੇਰਾ ਰਾਈਡ ਕਰਨ ਵਾਲਾ ਹੈ, ਠੀਕ ਹੈ। ਇਹ ਕਿਦਾਂ ਦਾ ਸਟਿਮੂਲਸ ਹੈ, ਕਿਹਦੇ ਨਾਲ ਅਸੀਂ ਪਤਾ ਲਗਾ ਸਕਾਂਗੇ, ਸੈਂਸਰੀ ਐਕਟੀਵਿਟੀ ਦੇ ਨਾਲ। ਉਸ ਤੋਂ ਅਗਲਾ ਆਉਂਦਾ ਹੈ ਸਾਡਾ ਡਿਸਕ੍ਰਿਮੀਨੇਸ਼ਨ ਲਰਨਿੰਗ ਥਿਊਰੀ।
ਡਿਸਕ੍ਰਿਮੀਨੇਸ਼ਨ ਲਰਨਿੰਗ ਥਿਊਰੀ ਨੂੰ ਕਿਹੜੇ ਦੂਸਰੇ ਨਾਮ ਨਾਲ ਜਾਣਿਆ ਜਾਂਦਾ ਹੈ? ਸਟਿਕ ਕੈਰਟ ਐਂਡ ਸਟਿਕ ਪਾਲਿਸੀ, ਠੀਕ ਹੈ, ਜਿਹਦੇ 'ਚ ਕੀ ਮਤਲਬ ਹੈ? ਡਿਫਰੈਂਟ ਰਿਵਾਰਡ ਐਂਡ ਪਨਿਸ਼ਮੈਂਟ ਮਿਲਣਗੇ ਕਾਦੇ ਵਾਸਤੇ? ਪ੍ਰੋਵਾਈਡ ਡਿਸਕ੍ਰਿਮੀਨੇਸ਼ਨ ਆਫ ਬਿਹੇਵੀਅਰ ਇਨ ਦ ਇੰਡੀਵਿਜੂਅਲ ਫॉर ਵੇਰੀਅਸ ਸਟਿਮੁਲਾਈ। ਕਲੀਅਰ ਹੈ ਜੀ। ਉਸ ਤੋਂ ਬਾਅਦ ਐਕਸਟੈਂਸ਼ਨ ਆਫ ਬਿਹੇਵੀਅਰ, ਜਦੋਂ ਪ੍ਰੈਕਟਿਸ ਨਹੀਂ ਰਹੀ ਉਦਾਂ ਦਾ ਬਿਹੇਵੀਅਰ ਵੀ नहीं रहा है ना, मतलब बिहेवियर च फर्क आ गया, प्रैक्टिस नहीं रही तो बिहेवियर च फर्क आ गया। तो उस फर्क नूं दुबारा तो जे असी फिर अपने बिहेवियर च लैके आऊँगे, मतलब जिद्दां दा असी पहला साडा रिस्पॉन्स सीगा या फिर जिद्दां दा साडा पहला बिहेवियर सीगा उसनूं जे असी दोबारा लैके आते हैं तो उन्होंने क्या बोलते हैं? रीकंडीशनिंग। री का मतलब क्या होता है? रिपीट हो रही है ना, रीकंडीशनिंग ऑफ एक्सटिंक्ट बिहेवियर, जो बिहेवियर जा चुके उन्होंने दोबारा लैके आ रहा, रीकंडीशनिंग ऑफ एक्सटिंक्ट बिहेवियर, ठीक है। तो इत्थों असी समझते हैं, क्या समझते हैं इत्थों असी भी अपने ਜਿਹੜੇ ਕਲਾਸੀਕਲ ਕੰਡੀਸ਼ਨਿੰਗ ਹੈ ਪੈਵਲੋਵ ਦੀ, ਠੀਕ ਹੈ, ਇਹ ਸਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ। ਤੇ ਇਹਦੇ ਨਾਲ ਹੀ ਅੱਜ ਦਾ ਜਿਹੜਾ ਸਾਡਾ ਸੈਸ਼ਨ ਸੀਗਾ ਉਹ ਖਤਮ ਹੁੰਦਾ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ, ਬਹੁਤ ਅੱਛੇ ਵਧੀਆ ਤਰੀਕੇ ਨਾਲ ਸਮਝ ਗਏ ਹੋਗੇ ਤੁਸੀਂ ਸਾਰੀਆਂ ਚੀਜ਼ਾਂ, ਠੀਕ ਹੈ। ਤੇ ਨੈਕਸਟ ਸੈਸ਼ਨ 'ਚ ਅਸੀਂ ਨੈਕਸਟ ਥਿਊਰੀ ਦੇ ਨਾਲ ਮਿਲਾਂਗੇ। ਮਿਲਦਾ ਨੈਕਸਟ ਸੈਸ਼ਨ 'ਚ। ਥੈਂਕ ਯੂ ਸੋ ਮਚ, ਹੈਵ ਅ ਨਾਈਸ ਡੇ, ਬਾਏ।